ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਡੇ ਨਾਲ ਸਰਦਾਰ ਜਸਬੀਰ ਸਿੰਘ ਪੱਟੀ ਇਸ ਵਕਤ ਜੁੜ ਚੁੱਕੇ ਨੇ ਰੰਗਲਾ ਪੰਜਾਬ ਦੀ ਮਹਿਫਲ ਦੇ ਵਿੱਚ। ਉਹਨਾਂ ਦਾ ਸਵਾਗਤ ਕਰਦੇ ਹੋਏ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਾਂ। ਭੱਟ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਿੱਲੀ ਚੱਲਦੇ ਹਾਂ। ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ, ਹੋਰ ਅਹੁਦੇਦਾਰਾਂ ਤੇ ਕਾਰਜਕਾਰਨੀ ਕਮੇਟੀ ਦੀ ਚੋਣ ਕਰਨ ਲਈ ਡਾਇਰੈਕਟਰ ਚੋਣ ਨੇ 22 ਜਨਵਰੀ ਨੂੰ ਅਜਲਾਸ ਬੁਲਾ ਲਿਆ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, 2 ਦਿਨ ਪਹਿਲਾਂ ਬਕਾਇਦਾ ਤੌਰ ਤੇ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਗਰੁੱਪ ਨੇ ਜਾ ਕੇ ਮੁਲਾਕਾਤ ਕੀਤੀ ਡਾਇਰੈਕਟਰ ਚੋਣ ਕਮਿਸ਼ਨਰ ਨਰਿੰਦਰ ਸਿੰਘ ਹੋਰਾਂ ਨਾਲ। ਉਹਨਾਂ ਨੂੰ ਕਿਹਾ ਕਿ ਡਿਲੇ ਕਿਉਂ ਕੀਤੀ ਜਾ ਰਹੀ ਹੈ। ਜਿਹੜੀ ਇੱਕ ਪਹਿਲਾਂ ਲੋਟਰੀ 'ਚ ਬੰਦਾ ਕੱਢਿਆ ਗਿਆ ਸੀ ਉਹ ਕੋਰਟ ਚਲਾ ਗਿਆ ਸੀਗਾ, ਹਾਈ ਕੋਰਟ ਚਲੇ ਗਿਆ ਸੀ। ਹਾਈ ਕੋਰਟ ਨੇ ਉਹਦੀ ਅਗਲੀ ਤਰੀਕ 24 ਫਰਵਰੀ ਪਾਈ ਹੈ। ਜਾਂ ਤੇ ਹਾਈ ਕੋਰਟ ਸਟੇ ਦਿੰਦੀ, ਹਾਈਕੋਰਟ ਨੇ ਇਹਨੂੰ ਸਟੇ ਨਹੀਂ ਕੀਤਾ। ਸਟੇ ਨਾ ਕਰਨ ਦੀ ਸੂਰਤ ਦੇ ਵਿੱਚ ਹੁਣ ਜਿਹੜਾ ਡਾਇਰੈਕਟਰ ਆ ਉਹ ਚੋਣ ਕਰਾ ਸਕਦਾ। ਹਾਲੇ ਵੀ ਕੁਝ ਲੋਕ ਕਹਿੰਦੇ ਟੈਕਨੀਕਲ ਤੌਰ ਤੇ ਨਹੀਂ ਕਰਾ ਸਕਦਾ, ਲੇਕਿਨ ਉਹਨੇ ਕਿਹਾ ਜੀ 22 ਤਰੀਕ ਨੂੰ ਚੋਣ ਕਰਵਾਈ ਜਾਵੇਗੀ। ਹੁਣ 22 ਤਰੀਕ ਨੂੰ ਜਿਹੜੀ ਚੋਣ ਕਰਾਈ ਜਾਣੀ ਉਹਦੇ ਵਿੱਚ ਐਤਕੀ 55 ਨਹੀਂ 56 ਜਿਹੜੇ ਮੈਂਬਰ ਭਾਗ ਲੈ ਸਕਦੇ ਨੇ। 46 ਚੁਣੇ ਹੋਏ, 2 ਜਿਹੜੇ ਚੁਣੇ ਹੋਏ ਦੁਆਰਾ ਨੋਮੀਨੇਟ ਕੀਤੇ ਹੋਏ, 2 ਜਿਹੜੇ ਲੋਟਰੀ ਚੋਂ ਕੱਢੇ ਗਏ, ਇੱਕ SGPC ਦਾ ਨੋਮੀਨੇਟ ਜਿਹਨੂੰ ਇੱਕ ਅਧਿਕਾਰ ਦਿੱਤੇ ਸੀ ਭਾਈ ਤੁਸੀਂ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਮੈਂਬਰ ਨੂੰ ਨੋਮੀਨੇਟ ਕਰ ਸਕਦੇ, ਤੇ ਉਹਨਾਂ ਆਪਣਾ ਨਾਂ ਹੀ ਨੋਮੀਨੇਟ ਕਰ ਲਿਆ। ਅੱਗੇ 4 ਤਖਤਾਂ ਦੀ ਗੱਲ ਸੀ, ਹੁਣ 5 ਤਖਤਾਂ ਦੀ। 5ਵੇਂ ਤਖਤ ਨੂੰ ਵੀ ਦਿੱਲੀ ਕਮੇਟੀ ਦੇ ਮਾਨਤਾ ਮਿਲਣ ਕਰਕੇ ਹੁਣ 5 ਤਖਤਾਂ ਦੇ ਜਥੇਦਾਰ ਵੀ ਜਿਹੜੇ ਉਹ ਸ਼ਮੂਲੀਅਤ ਕਰ ਸਕਦੇ ਆ ਤੇ ਗਿਣਤੀ ਇਹਨਾਂ ਦੀ 56 ਹੋਏਗੀ। ਬਕਾਇਦਾ ਤੌਰ ਤੇ ਪ੍ਰਕਿਰਿਆ ਹੋਏਗੀ, ਪ੍ਰਧਾਨ ਦੀ ਚੋਣ ਹੋਏਗੀ, ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਹੋਏਗੀ, ਮੀਤ ਪ੍ਰਧਾਨ ਦੀ ਚੋਣ ਹੋਏਗੀ, ਜਨਰਲ ਸੈਕਟਰੀ ਚੋਣ ਹੋਏਗੀ, ਜੁਆਇੰਟ ਸੈਕਟਰੀ ਚੋਣ ਹੋਏਗੀ, ਨਾਲ 10 ਐਡਜੈਕਟਿਵ ਮੈਂਬਰ ਚੁਣੇ ਜਾਣੇ। ਤੇ ਜਾਪਦਾ ਵੀ ਇਸ ਵਾਰੀ ਜਿਹੜੇ ਰਿਜ਼ਲਟ ਆ ਹੈਰਾਨੀ ਜਨਕ ਹੋਣਗੇ, ਜਿਹਦੇ ਬਾਰੇ ਅਸੀਂ ਵਿਚਾਰ ਵੀ ਨਹੀਂ ਕਰਦੇ, ਸੋਚਦੇ ਵੀ ਸ਼ਾਇਦ ਇਹੋ ਜਿਹੇ ਰਿਜ਼ਲਟ ਹੋਣ। ਲੇਕਿਨ ਕੁਝ ਸੂਤਰਾਂ ਤੋਂ ਪਤਾ ਲੱਗਾ ਜਿਹੜੇ 3-4 ਬੰਦੇ ਬਕਾਇਦਾ ਤੌਰ ਤੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਉਹ ਬਾਦਲ ਦਲ ਦੀ ਹਮਾਇਤ ਦੇ ਵਿੱਚ। ਇਹਦਾ ਮਤਲਬ ਤਾਰਾ ਅਜੇ ਵੀ ਭਾਈ ਕਿਤਨੇ ਕਿਤੇ ਜੁੜੀਆਂ, ਸਿਰਫ ਇੱਕ ਵਿਖਾਵਾ ਕੀਤਾ ਜਾ ਰਿਹਾ ਕਿ ਮੈਂ BJP ਚਲਾ ਗਿਆ, ਮੇਰਾ ਕੋਈ ਸਬੰਧ ਨਹੀਂ ਹੈਗਾ ਅਕਾਲੀ ਦਲ ਨਾਲ, ਮੈਂ ਅਸਤੀਫਾ ਦੇ ਚੁੱਕਾ ਵਾ। ਲੇਕਿਨ ਤਾਰਾ ਕਿਤੇ ਕਿਤੇ ਜੁੜੀਆਂ ਜ਼ਰੂਰ ਲੱਗਦੀਆਂ। ਜੇ ਉਹ ਬੰਦੇ 4 ਬਾਹਰ ਹੋ ਜਾਂਦੇ ਆ ਤੇ ਫਿਰ ਸਰਨੇ ਦਾ ਪ੍ਰਧਾਨ ਬਣਨਾ ਤੈਅ ਆ, ਤੇ ਜੇ ਨਹੀਂ ਹੁੰਦੇ ਤੇ ਫਿਰ ਟਿਕਣਬਾਜ਼ੀਆਂ ਕੀ ਚੱਲਦੀਆਂ ਨੇ ਉਹ ਆਪਾਂ 22 ਨੂੰ ਫਿਰ ਡਿਸਕਸ ਕਰਾਂਗੇ। ਸੀ ਜੇ ਮਾਰ 320 ਮੀਟਰ ਬੈਂਡ। ਦੇਖੋ, ਰਾਜਨੀਤੀ ਦੇ ਵਿੱਚ ਬਹੁਤ ਕੁਝ ਜਾਇਜ਼ ਹੁੰਦਾ, ਪਰੰਤੂ ਇਹ ਧਰਮ ਗੁਰੂ ਨਾਨਕ ਦਾ ਚਲਾਇਆ ਹੋਇਆ, ਜਿਸ ਨੂੰ ਕੁਝ ਸਾਡੇ ਢੋਲਕਿਆਂ ਛਾਣੇ ਕੁੱਟਣ ਵਾਲੇ ਮੰਨਣ ਤੋਂ ਵੀ ਇਨਕਾਰੀ ਹੈ ਕਿ ਧਰਮ ਹੀ ਨਹੀਂ ਹੈ। ਧਰਮ ਚਲਾਇਆ ਗੁਰੂ ਨਾਨਕ, ਕੁੱਟੀ ਚਲੋ, ਢੋਲਕਿਆਂ ਛਾਣੇ ਕੱਢੀ ਚਲੋ, ਇੱਕ ਦੂਜੇ ਨੂੰ ਗਾਲਾਂ, ਇਹੀ ਤੁਹਾਡੇ ਕੋਲ ਪੱਲੇ ਰਹਿ ਗਿਆ। ਹੋਰ ਕੀ ਹੈ? ਜਿਹੜਾ ਹੌਲਾ ਬੰਦਾ ਹੁੰਦਾ ਇੱਦਾਂ ਦਾ ਹੀ ਬੋਲਦਾ। ਬਰਾਬਰੀ ਕਰਨੀ ਅਸੀਂ ਪਹੁੰਚੇ ਹੋਏ ਸਾਧਾਂ ਦੀ। ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ, ਅਹੁਦੇਦਾਰਾਂ ਤੇ ਕਾਰਜਕਾਰਨੀ ਕਮੇਟੀ ਚੋਣ ਲਈ ਡਾਇਰੈਕਟਰਾਂ ਨੇ ਚੋਣ 22 ਜਨਵਰੀ ਨੂੰ ਬੁਲਾਇਆ ਅਜਲਾਸ। ਵੇਖੋ, ਰਣਨੀਤੀ ਕਿੰਨਾ ਚਿਰ ਪਹਿਲਾਂ ਤੈਅ ਹੋ ਗਈ ਹੈ, ਤੇ ਜੇ ਸਰਨਾ ਪ੍ਰਧਾਨ ਬਣਦੇ ਨੇ ਦੈਟਸ ਅ ਡਿਫਰੈਂਟ ਸਟੋਰੀ। ਜੇ ਮਨਜਿੰਦਰ ਸਿਰਸਾ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਦੇ ਵਿੱਚ ਅੰਦਰ ਖਾਤੇ ਭੁਗਤਦਾ, ਤੇ ਇਹਦਾ ਮਤਲਬ ਫਿਰ ਗੁਗਲੀਆਂ ਪਹਿਲਾਂ ਦੀਆਂ ਹੀ ਸੈੱਟ ਕੀਤੀਆਂ ਗਈਆਂ ਦੀ ਗੇਮਾਂ ਹਨ। ਕੁਝ ਨਹੀਂ ਹੋਣ ਲੱਗਾ, 4 ਗਾਲਾਂ ਆਈਆਂ ਜਿੱਥੇ ਇੰਨੀਆਂ ਪਈਆਂ ਨੇ ਹੋਰ ਖਾ ਪੈ ਜਾਣਗੀਆਂ। ਹਾਂਜੀ, ਜੇ ਪਾਲਕੀ ਸਾਹਿਬ ਦੇ ਵੇਲੇ ਆਪਾਂ ਨੂੰ ਗਾਲਾਂ ਪਈਆਂ ਤੋਏ ਹੋਈ ਆ, ਉਹ ਨਾ ਕਹਿੰਦਾ ਢੂਈ ਤੇ ਬਸ਼ਰਮ ਦੇ ਰੁੱਖ ਹੋ ਗਿਆ, ਕਹਿੰਦਾ ਛਾਵੇਂ ਪਵਾਂਗੇ, ਉਹ ਹਿਸਾਬ 4 ਹੋਰ ਪੈ ਜਾਣਗੀਆਂ, ਆਪਾਂ ਦੇ ਗੋਲਕ ਤੇ ਬਚਾ ਲਾਂਗੇ ਨਾ। ਕਾਂਗਰਸੀ ਲੀਡਰਾਂ ਨੂੰ ਹੁਣ ਕਿੱਥੋਂ ਤੱਕ ਰਾਜਨੀਤੀ ਗਿਰ ਚੁੱਕੀ ਹੈ। ਬਾਂਦਰ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਮੰਦਬੁੱਧੀ ਨੇ, ਸੁਖੀ ਰੰਧਾਵਾ ਮੰਦਬੁੱਧੀ ਤੇ ਬਾਂਦਰ, ਕਾਂਗਰਸੀ ਲੀਡਰ ਬਾਂਦਰ ਤੇ ਇਹ ਮੰਦਬੁੱਧੀ। ਕੀ ਕਹਿਣਾ ਚਾਹੋਗੇ?
ਦੇਖੋ, ਜਿੱਥੋਂ ਤੱਕ ਸੁੱਖੀ ਰੰਧਾਵਾ ਦੀ ਗੱਲ, ਸੁਖਬੀਰ ਸਿੰਘ ਬਾਦਲ ਨੂੰ ਵੀ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ। ਕੱਲ ਉਹ ਅੰਮ੍ਰਿਤਸਰ ਚਾਹੇ ਤੇ ਉਹਨਾਂ ਕਿਹਾ ਵੀ ਗਾਂਧੀ ਦੇ ਬਾਂਦਰ, ਜਿਹੜੇ 3 ਬਾਂਦਰ ਨੇ ਨਾ, ਉਹਦੀ ਸਮੀਰ ਜਾਖੜ, ਉਹਦੇ ਵਿੱਚ ਬਕਾਇਦਾ ਤੋਂ ਨਵਜੋਤ ਸਿੰਘ ਦੀ ਤੇ ਚੰਨੀ, ਜਿਨ੍ਹਾਂ ਦੀ ਅਗਵਾਈ ਥੱਲੇ ਕਹਿੰਦੇ ਅਸੀਂ ਚੋਣ ਲੜਨੀ ਆ, ਤਿੰਨਾਂ ਨੂੰ ਉਹਨੇ ਬਾਂਦਰ ਕਿਹਾ। ਇਹ ਵੀ ਬਾਂਦਰ ਨੇ। ਫਿਰ ਉਹਦਾ ਜਵਾਬ ਤੇ ਮਿਲਣਾ ਸੀ ਅਗਲੇ ਪਾਸੇ, ਭਾਈ ਤੂੰ ਮੰਦਬੁੱਧੀ ਬੁੱਧੀ ਹੈ, ਤੂੰ ਜੋ ਕਹੇਗਾ ਠੀਕ ਹੈ, ਕੋਈ ਸਾਨੂੰ ਪਰਵਾਹ ਨਾ। ਲੇਕਿਨ ਮੈਂ ਸੋਚਦਾ ਕਿ ਇੰਨੀ ਗਿਰਾਵਟ ਜਿਹੜੀ ਨਹੀਂ ਹੋਣੀ ਚਾਹੀਦੀ ਸਿਆਸਤ ਦੇ ਵਿੱਚ। ਚਾਵਲਾ ਸਾਹਿਬ, ਤੁਸੀਂ ਵੀ ਇਸ ਇਲਾਕੇ 'ਚ ਰਹੇ ਹੋ ਤੇ ਮੈਂ ਵੀ ਇਸ ਇਲਾਕੇ 'ਚ ਰਿਹਾ ਹਾਂ। ਪਿਛਲੇ ਸਮੇਂ ਦੇ ਵਿੱਚ ਜਦੋਂ ਛੋਟੇ ਛੋਟੇ ਹੁੰਦੇ ਸੀ, ਕਈ ਵਾਰੀ ਪੰਚਾਇਤਾਂ ਜਾਣ ਦਾ ਟਾਈਮ ਮਿਲਦਾ ਸੀਗਾ ਤੇ ਪੰਚਾਇਤ ਦੇ ਵਿੱਚ ਜਾ ਕੇ ਇੱਕ ਦੂਜੇ ਨੂੰ ਸਰਦਾਰ ਕਹਿ ਕੇ ਬੁਲਾਉਂਦੇ ਸੀ, ਵਿਰੋਧੀ ਲਈ। ਬਿਲਕੁਲ ਤੂੰ ਫਲਾਣੇ ਨੂੰ ਗੱਲ ਕਹੀ ਸੀ। ਬਿਲਕੁਲ। ਅੱਜ ਜਿਹੜੇ ਪਹਿਲੀ ਗੱਲ ਸੀ ਸਰਦਾਰ ਰਹੇ ਹੀ ਨਹੀਂ। ਦੂਸਰੀ ਚੀਜ਼ ਆ ਕਿ ਸਾਡੇ ਨਿਕਨੇਮ ਆ ਗਏ, ਬੰਟੀ ਆ ਗਿਆ, ਸੰਨੀ ਆ ਗਿਆ, ਇਹੋ ਜਿਹੇ ਨਾਂ ਆ ਗਏ ਨੇ ਸਾਡੇ। ਤੇ ਫਿਰ ਸਰਦਾਰ ਵੀ ਰਹਿ ਤੇ ਫਿਰ ਨਾਲ ਛੋਟੇ ਆ ਗਏ ਨੇ। ਲੇਕਿਨ ਫਿਰ ਵੀ ਸਿਆਸਤ ਦਾ ਇੰਨਾ ਬੇੜਾ ਗਰਕ ਨਹੀਂ ਕਰਨ ਹੋਣਾ ਚਾਹੀਦਾ ਕਿ ਤੁਸੀਂ ਚੰਗੇ ਭਲੇ ਬੰਦਿਆਂ ਨੂੰ ਜਿਹੜਾ ਅਸੀਂ ਬਾਂਦਰ ਕਹੋ। ਉਹਨਾਂ ਤੇ ਰੋਸ ਵਜੋਂ ਕਿਹਾ ਵੀ ਇਹ ਮੰਦਬੁੱਧੀ ਵਿਅਕਤੀ ਆ, ਜਿਹਨੂੰ ਸਭ ਅਧਿਕਾਰ ਜੋ ਕਹਿੰਦਾ ਕਹੀ ਜਾਣਦੇ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਆਉਣ ਵਾਲੇ ਦਿਨਾਂ 'ਚ ਇਸ ਦਾ ਨੋਟਿਸ ਲੋਕਾਂ ਨੂੰ ਲਿਆ ਜਾ ਸਕਦਾ ਵੀ ਭਾਈ ਤੁਸੀਂ ਇਹ ਗੱਲ ਗਲਤ ਕੀਤੀ ਹੈ, ਤੁਹਾਨੂੰ ਮਾਫੀ ਮੰਗਣੀ ਚਾਹੀਦੀ। ਪਰ ਮੰਗਣੀ ਨਹੀਂ, ਆਪਾਂ ਮੰਗਣੀ ਨਹੀਂ। ਇਸੇ ਕਰਕੇ ਸਿੱਧੂ ਰੰਧਾਵਾ ਸਾਹਿਬ ਨੇ ਬਹੁਤੀ ਟਿੱਪਣੀ ਨਹੀਂ ਕੀਤੀ। ਉਹਨੇ ਕਿਹਾ ਜੀ ਇਹਨਾਂ ਨੂੰ ਆਪਣੀ ਹਾਰ ਯਕੀਨੀ ਦਿਸਦੀ ਆ, ਹਾਰ ਯਕੀਨੀ ਕਰਕੇ ਇਹ ਟੱਪੜੀਆਂ ਮਾਰਨਾ ਸ਼ੁਰੂ ਹੋ ਗਏ ਨੇ। ਤੇ ਜਦੋਂ ਬੰਦੇ ਦੀ ਹਾਰ ਦੱਸੇ ਫਿਰ ਟੱਪੜੀਆਂ ਮਾਰਦਾ ਹੁੰਦਾ, ਕੋਈ ਗੱਲ ਨਹੀਂ, ਕਿਤੇ ਕਹਿ ਸਕਦੇ ਕੋਈ ਗੱਲ ਨਹੀਂ, ਅਸੀਂ ਮੰਦਬੁੱਧੀ ਕਹਿ ਕੇ ਸਾਰ ਲੈਣੇ। ਲੇਕਿਨ ਅਸੀਂ ਫਿਰ ਕਵਾਂਗੇ ਨਾ, ਸਾਰੇ ਲੀਡਰ ਅਪੀਲ ਕਰਨਗੇ ਮੰਚ ਨਹੀਂ ਕਿ ਘੱਟੋ ਘੱਟ ਸ਼ਬਦਾਂ ਦੀ ਮਰਿਆਦਾ ਜਿਹੜੀ ਹੈ ਨਾ ਉਹਨੂੰ ਬਹਾਲ ਰੱਖੋ। ਉਹ ਇੰਨੇ ਕੁ ਨਾ ਵਿਗਾੜੋ, ਆਉਣ ਵਾਲੇ ਸਮੇਂ ਤੁਸੀਂ ਇੱਕ ਦੂਜੇ ਨੂੰ ਬੁਲਾਉਣ ਯੋਗ ਬਣਾ ਲਓ ਜੀ। ਕਿੱਥੋਂ ਤੱਕ ਗਿਰ ਜਾਂਦੇ ਨੇ ਇਹ ਨੇਤਾ ਇੱਕ ਦੂਜੇ ਨੂੰ ਬਿਆਨਬਾਜ਼ੀ ਕਰਨ ਤੀ, ਤੇ ਜਦੋਂ ਇੱਕ ਦੂਜੇ ਦੇ ਜਾਂਦੇ ਨੇ ਗ੍ਰਹਿ ਵਿਖੇ ਬਹਿ ਕੇ ਇੱਕੋ ਹੀ ਟੇਬਲ ਤੇ ਬਹਿ ਕੇ ਫਿਰ ਉਹ ਚਾਹ ਦੇ ਪਿਆਲੇ ਤੇ ਬਿਸਕੁਟ ਸਾਂਝੇ ਕਰਦੇ ਨੇ, ਅੱਖਾਂ 'ਚ ਅੱਖਾਂ ਮਿਲਾਉਂਦੇ ਹੋਣਗੇ ਕਿ ਨਹੀਂ ਮੈਨੂੰ ਨਹੀਂ ਪਤਾ, ਪਰ ਇੰਨੀ ਗਿਰਾਵਟ ਨਹੀਂ ਹੋਣੀ ਚਾਹੀਦੀ ਜਿਹੜੀ ਤੁਸੀਂ ਗੱਲ ਕਹੀ। ਜੇਕਰ ਸਰ ਨੇ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲਣ ਦੇ ਵਿੱਚ, ਹੁਣ ਕਈ ਕਹਿਣਗੇ ਜੀ ਕਾਬਜ ਹੋ ਗਏ। ਕਾਬਜ ਹੋਣਾ ਮਤਲਬ ਕਿਸੇ ਵਿਰੋਧੀ ਦੇਸ਼ ਦੇ ਉੱਤੇ ਕਬਜ਼ਾ ਕਰਨਾ, ਵਿਰੋਧੀਆਂ ਦਾ ਝੰਡਾ ਲਾ ਕੇ ਆਪਣਾ ਝੰਡਾ ਲਾਉਣਾ, ਕਿਉਂਕਿ ਇੱਥੇ ਤੇ ਪੰਥ ਦਾ ਝੰਡਾ ਰਹਿਣਾ, ਇੱਥੇ ਨਿਸ਼ਾਨ ਸਾਹਿਬ ਤੇ ਉਹੀ ਖਾਲਸਾ ਹੀ ਨਿਸ਼ਾਨ ਰਹਿਣਾ। ਸਿਰਫ ਕੁਰਸੀ ਦੇ ਉੱਤੇ ਜਾ ਕੇ ਜਿੱਥੇ ਸਿਰਸਾ ਪੈਂਦਾ ਉੱਥੇ ਸਪਰੇਅ ਕਰਵਾ ਕੇ ਤੇ ਸਰਨੇ ਬਹਿ ਜਾਣਗੇ ਜਾਂ ਕੋਈ ਹੋਰ ਬਹਿ ਜਾਊਗਾ। ਪਰ ਉਹਦੇ ਉੱਤੇ ਰਾਜਨੀਤੀ ਖਿਚੜੀ ਜਿਹੜੀ ਕੀ ਹੈ, ਤੇ ਜੇ ਤਾਂ ਵਾਕਿਆ ਹੀ ਭਾਜਪਾ ਅੰਦਰ ਖਾਤੇ ਕਿ ਇਹੋ ਜਿਹੀ ਗੇਮ ਖੇਡ ਰਹੀ ਹੈ ਕਿ ਅਕਾਲੀਆਂ ਦਾ ਇੱਥੋਂ ਖਰਾ ਖੋਜ ਮਿਟਾਉਣਾ ਪੰਜਾਬ ਤੋਂ, ਤੇ ਭਾਜਪਾ ਨੇ ਆਉਣ ਵਾਲੇ ਸਮੇਂ ਦੇ ਵਿੱਚ 117 ਸੀਟਾਂ 'ਤੇ ਰਾਜ ਕਰਨਾ ਹੈ ਪੰਜਾਬ ਦੇ ਵਿੱਚ, ਤਾਂ ਫਿਰ ਇਹਨਾਂ ਨੂੰ ਖੁੱਡੇ ਲਾਉਣ ਦੀ ਸ਼ੁਰੂਆਤ ਜਿਹੜੀ ਹੈ ਹੋਊਗੀ। ਫਿਰ ਉੱਥੋਂ ਦਿੱਲੀ ਤੋਂ ਕਰਨੀ ਪਊਗੀ, ਕਿਉਂਕਿ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਥੰਮ ਇਹਨਾਂ ਦੀ ਜਿਹੜੀ ਜੜ ਹੈ, ਨੀਂਹ ਹੈ ਸ਼੍ਰੋਮਣੀ ਅਕਾਲੀ ਦਲ ਦੀ, ਬਾਦਲ ਦੇ ਗਰੁੱਪ ਦੀ ਖਾਸ ਤੌਰ 'ਤੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ। ਠੀਕ ਹੈ ਨਾ। ਕਿਤੇ ਨਾ ਕਿਤੇ ਆ ਕੇ ਫਿਰ ਉੱਥੇ ਆ ਕੇ ਇਹਨਾਂ ਨੂੰ ਸਿੰਪਤੀ ਵੋਟ ਜਿਹੜੀ ਮਿਲ ਜਾਂਦੀ ਹੈ ਵੀ ਆਪਣਾ ਮਾਰੂਗਾ ਛਾਵੇਂ ਸੁੱਟੂ, ਕਿਤੇ ਨਾ ਕਿਤੇ ਮਿਲ ਜਾਂਦੀ। ਤੇ ਜੇ ਇਹਨਾਂ ਦੇ ਕਾਰਨਾਮੇ ਪੜ੍ਹਨ ਲੱਗ ਪਈਏ ਤਾਂ ਫਿਰ ਦੁਸ਼ਮਣੀਆਂ ਕ੍ਰੀਏਟ ਹੋ ਜਾਂਦੀਆਂ ਨੇ, ਕਿਉਂਕਿ ਆਪਾਂ ਬੋਲਣਾ ਕਰ ਲਈਏ ਸਾਡੇ ਤੇ ਸਾਰੇ ਹੀ ਨੇਤਾ A to Z ਜਿੱਥੇ ਖਲੋ ਜਾਂਦਾ, ਇੱਕ ਮਾਫ ਕਰਨਾ, ਇੱਕ ਬੰਦਾ ਨਵਾਂ ਬਣਿਆ ਖੰਡੇ ਬਾਟੇ ਦੀ ਪੌਲ ਛਕੀ ਹੋਵੇ ਨਾ ਅੱਜ ਸਿੱਖ ਨੇ, ਉਹ ਕਹਿੰਦਾ ਜਿੱਥੇ ਮੈਂ ਖਲੋਤਾ ਬਾਕੀ ਸਾਰੇ ਪਿੱਛੇ ਹੋ ਜਾਓ, ਮੈਂ ਸਿਆਣਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਨਵੀਂ 4 ਬੰਦਿਆਂ ਨੂੰ ਲੈ ਕੇ ਜਥੇਬੰਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਹੱਲੇ 'ਚ ਬਣਾ ਕੇ ਬਹਿ ਜਾਂਦੇ ਆ, ਜਾ ਕੇ ਇੱਥੋਂ ਦੇ ਸੂਬੇ ਦੇ ਮੁੱਖ ਮੰਤਰੀ ਨੂੰ ਮਿਲਣਾ, ਵਿਰੋਧੀ ਧਿਰ ਦੇ ਲੀਡਰ ਨੂੰ ਮਿਲਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਜੀ ਬਹੁਤੀ ਵੱਡੀ ਗੱਲ ਨਹੀਂ ਗੀ। 4 ਬੰਦੇ ਇਕੱਠੇ ਹੋ ਗਏ, ਇੱਕ ਗਰੁੱਪ ਸਟਾਰਟ ਕਰਨਾ ਆ, 5-6 ਦਿਨ ਸੋਸ਼ਲ ਨੈਟਵਰਕ ਮੀਡੀਆ ਤੇ ਪਾਉਣੀ ਆ, ਮੇਰੇ ਵਰਗੇ ਦੇ ਕੰਨਾਂ ਦੇ ਚਾਵਲਾ ਜੀ ਤੁਹਾਡਾ ਤਾਂ ਪ੍ਰੋਗਰਾਮ ਬੜਾ ਵਧੀਆ, ਉਹ ਤੁਸੀਂ ਤਾਂ ਬੋਲਦੇ ਬਹੁਤ ਸੋਹਣਾ, ਬਾਕੀ ਤਾਂ ਐ ਸਭ ਉਦਾਂ ਦੇ ਮੇਰੇ ਰੇਡੀਓ ਤੇ ਆ ਕੇ
ਬੋਲ ਜਾਣਾ, ਕਿਸੇ ਨੂੰ ਮੇਰੇ ਖਿਲਾਫ ਬੋਲ ਦੇਣਾ, ਉਹ 'ਤੇ ਬੋਲ ਦੇਣਾ, ਬਸ ਫੋਟੋਆਂ ਫਾਟੋਆਂ ਖਿੱਚ ਕੇ ਚਾਰ ਕਿਤੇ ਜਾ ਕੇ ਸੂਬੇ ਦੇ ਮੁੱਖ ਮੰਤਰੀ ਨੂੰ ਮਿਲ ਲੈਣਾ ਅਤੇ ਉਹਨੂੰ ਰਿਕੋਗਨਾਈਜ਼ ਕਰ ਦੇਣਾ, ਮੁੜ ਕੇ ਫੰਡ ਮਿਲ ਜਾਣੇ। ਆਹ ਤੇ ਕੰਮ ਆ। ਬਿਲਕੁਲ ਜੀ ਬਿਲਕੁਲ। ਇੰਨੇ ਤੇ ਅਸੀਂ ਗਿਰ ਚੁੱਕੇ ਹਾਂ ਵੀ ਆਪਣੇ ਬੱਚਿਆਂ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰ ਟਿਕਟਾਂ ਲੈ ਲੈਣੀਆਂ, ਆਪਣੇ ਵਾਸਤੇ ਲੈ ਲਈ, ਆਪਣੀ ਧਰਮ ਪਤਨੀ ਵਾਸਤੇ ਲੈ ਲਈ, ਬੱਚਿਆਂ ਵਾਸਤੇ ਲੈ ਲਈ, ਪੁੱਤਾਂ ਵਾਸਤੇ ਲੈ ਲਈ। ਆਹ ਤੇ ਸਾਡੀ ਇੰਨੇ ਤੇ ਅਸੀਂ ਗਿਰ ਚੁੱਕੇ ਹਾਂ। ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ, ਮਾਫ ਕਰਨਾ, ਮੈਂ ਉਹਨਾਂ ਲੋਕਾਂ ਬਾਰੇ ਹੈਰਾਨ ਹੋਣਾ ਵੀ ਜਿਹੜੇ ਧੀਆਂ ਦੇ ਡੋਲੇ, ਨੌਵਾਂ ਦੇ ਡੋਲੇ ਜਿਹੜੇ ਸੀ ਮੁਗਲਾਂ ਨੂੰ ਦੇ ਆਉਂਦੇ ਸੀ, ਉਹ ਕਿਹੋ ਜਿਹੇ ਲੋਕ ਹੁਣ, ਕਿੰਨੇ ਗਿਰੇ ਹੋਣਗੇ ਉਹ, ਹਨਾ, ਕਿੰਨੇ ਗਿਰੇ ਹੋਣਗੇ, ਕਿੰਨੀ ਮਜਬੂਰੀ ਜਾਂ ਕਿੰਨੀ ਗਿਰਾਵਟ ਸੀ ਉਹਨਾਂ ਦੀ ਵੀ ਡੋਲੇ ਦੇ ਆਉਂਦੇ ਸੀ ਉਹ। ਅੱਜ ਕੀ, ਅੱਜ ਤੁਸੀਂ ਦੁਨੀਆ ਦੇ ਹਾਲਾਤ ਮਾਰ ਕੇ ਵੇਖੋ, ਹਾਂ, ਨਿਗਾਹ ਕਿੰਨੇ ਗਿਰ ਚੁੱਕੇ ਨੇ। ਆਹ ਗੱਲਾਂ ਸਿਰਫ ਦੁਸ਼ਮਣੀ ਕ੍ਰੀਏਟ ਕਰਨ ਵਾਲੀਆਂ ਨੇ। ਇਹਨਾਂ ਦਾ ਕੋਈ ਮਤਲਬ ਲੋਕੀ ਸਮਝਦੇ ਨੇ, ਸੁਣਦੇ ਨੇ, ਭਾਵੇਂ ਅੱਜ ਥੋੜੇ ਸੁਣਦੇ ਨੇ, ਪਰ ਇਹ ਸੱਚਾਈ ਆ। ਬਿਲਕੁਲ ਇੰਨੀ ਗਿਰਾਵਟ ਵੀ ਚੰਗੀ ਨਹੀਂ। ਅੱਛਾ, ਜੇ ਆਪਾਂ ਗੱਲ ਕਰੀਏ ਤਾਂ ਚੰਨੀ ਸਾਹਿਬ ਕਹਿੰਦੇ ਨੇ ਕਿ ਸਾਨੂੰ ਮਤਲਬ ਇਹ ਰਗੜੇ ਲਾਏ ਜਾ ਰਹੇ ਨੇ, ਸਾਡੇ ਤੇ ਬਦਲਾ ਲਓ ਨੀਤੀ ਕੀਤੀ ਜਾ ਰਹੀ ਹੈ। ਚੰਨੀ ਦੇ ਭਤੀਜੇ ਤੇ ਰੇਟ ਲੈ ਕੇ ਚੰਨੀ ਨੇ ਕਿਹਾ ਹੈ ਕਿ ਦਿੱਲੀ ਵਾਰ-ਵਾਰ ਪੰਜਾਬ ਤੇ ਚੜ੍ਹ ਕੇ ਆਈ ਹੈ, ਪਰ ਪੰਜਾਬੀਆਂ ਨੇ ਹਮੇਸ਼ਾ ਮੂੰਹ ਤੋੜ ਜਵਾਬ ਦਿੱਤਾ ਹੈ। ਬਈ ਦਿੱਲੀ ਪੰਜਾਬ ਤੇ ਜਦੋਂ ਕਾਂਗਰਸ ਦਾ ਰਾਜ ਸੀਗਾ ਦਿੱਲੀ ਦੇ ਵਿੱਚ, ਉਦੋਂ ਵੀ ਚੜ੍ਹ ਕੇ ਆਈ ਹੈ ਤੇ ਅਕਾਲ ਤਖਤ ਨੂੰ ਢਾਹ ਕੇ ਗਈ ਹੈ। ਤੁਸੀਂ ਉਹਦੇ ਸਿਪਾ ਸਲਾਰ ਹੋ ਦਿੱਲੀ। ਬਿਲਕੁਲ ਜੀ ਬਿਲਕੁਲ ਬਿਲਕੁਲ। ਉਹਨਾਂ ਨੂੰ ਆਪ ਹੀ ਆਪਣੀ ਗੱਲ ਆਪ ਹੀ ਮੈਂ ਮੰਨ ਲਈ ਇਸ ਗੱਲ ਨੂੰ ਕਿ ਦਿੱਲੀ ਚੜ੍ਹ ਕੇ ਆਈ ਹੈ। ਮੰਨ ਲਿਆ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਨਾ। ਮੰਨ ਲੈ। ਹੁਣ ਮੈਂ ਗੱਲ ਗਾਹ ਨਾ ਕਰਾਂ ਰਾਖੀ ਨੂੰ ਸੈਣ ਤੇ ਗਧੇ ਨੂੰ ਸੋਟਾ। ਤੁਸੀਂ ਮੰਨ ਲਿਆ ਵੀ ਦਿੱਲੀ ਨੂੰ ਜਵਾਬ ਦਿੱਤਾ ਪੰਜਾਬੀਆਂ ਨੇ। ਕਿਆ ਬਾਤ। ਚਲੋ ਕੀ ਕਹਿਣਾ ਚਾਹੋਗੇ? ਵੈਸੇ ਵੀ ਜਦੋਂ ਚੋਣਾਂ ਆਉਂਦੀਆਂ ਨਾ ਜੀ, ਭਾਵੇਂ ਸੈਂਟਰ ਵਿੱਚ ਕਾਂਗਰਸ ਸਰਕਾਰ ਹੋਵੇ ਤੇ ਭਾਵੇਂ ਬੀਜੇਪੀ ਹੋ ਜਾਂਦੀ, ਤੇ ਬੀਜੇਪੀ ਵਾਲੇ ਥੋੜੀ ਜਿਹੜੀ ਨਾ ਉਹ ਬੱਕ ਲਾਈਨ ਜਿਹੜੀ ਕ੍ਰਾਸ ਕਰ ਚੁੱਕੇ ਨੇ, ਜ਼ਿਆਦਾ ਹੋ ਗਿਆ। ਮੰਨਦੇ ਹੋ ਤੁਸੀਂ? ਕਿਉਂਕਿ ਜਦੋਂ ਇਹ ਚੋਣਾਂ ਆਉਂਦੀਆਂ ਉਦੋਂ ਈਡੀ ਤੇ ਈਸੀ, ਇਲੈਕਸ਼ਨ ਕਮਿਸ਼ਨ ਤੇ ਇਨਫੋਰਸਮੈਂਟ ਡਾਇਰੈਕਟੋਰੇਟ, ਇਹ ਦੋਵੇਂ ਅਰਥ ਚਾਹੁੰਦੇ। ਜੇ ਆਪਾਂ ਮਾਰਚ 2011 ਤੋਂ ਲੈ ਕੇ ਜਨਵਰੀ 2020 ਦਾ ਡਾਟਾ ਕੱਢ ਲਈਏ ਤੇ ਈਡੀ ਨੇ ਕਰੀਬ 1700 ਰੇਡ ਕੀਤੇ ਨੇ। 1700 ਤੇ 1700 ਰੇਡ ਕਰਨ ਤੋਂ ਬਾਅਦ ਸਿਰਫ ਬੰਦਿਆਂ ਨੂੰ ਕਿੰਨਿਆਂ ਨੂੰ ਸਜ਼ਾ ਹੋਈ ਆ? ਮਾਮੂਲੀ ਸਜ਼ਾ 9 ਬੰਦਿਆਂ ਨੂੰ ਸਿਰਫ ਹੋਈ। ਇੰਨੀ ਸਾਡੀ ਐਫੀਸ਼ੀਐਂਟ ਏਜੰਸੀ ਸਾਡੀ। ਆਉਂਦੇ ਤੇ ਅਸੀਂ ਬੜੇ ਮਾਰੋ ਮਾਰ ਕਰਦੇ ਆ ਤੇ ਪੱਲੇ ਸਾਡੇ ਕੱਖ ਨਹੀਂ ਪੈਂਦਾ। ਅੱਜ ਚੰਨੀ ਸਾਹਿਬ ਜਿਹੜੀ ਗੱਲ ਕਹਿੰਦੇ ਕਿ ਈਡੀ ਆਈ ਆ, ਉਹ ਕਹਿੰਦੇ ਜੀ ਸਿਰਫ ਈਡੀ ਮੇਰੇ ਕਰਕੇ ਆਈ ਆ। ਗੱਲ ਸਹੀ ਹੈ। ਤੁਸੀਂ ਵੇਖੋ ਨਾ, ਜੇ ਪੱਛਮੀ ਬੰਗਾਲ ਚ ਈਡੀ ਵਾਲੇ ਗਏ ਤਾਂ ਨਾ ਮਮਤਾ ਨੂੰ ਕੁਛ ਨਹੀਂ ਕਿਹਾ, ਉਹਦੇ ਭਤੀਜੇ ਨੂੰ ਫੜਿਆ। ਉੱਥੇ ਵੀ ਭਤੀਜੇ ਫੜਿਆ। ਜੇ ਤਾਮਿਲਨਾਡੂ ਚ ਗਏ ਤੇ ਉੱਥੇ ਬਕਾਇਦਾ ਤੌਰ ਤੇ ਉਹਦੀ ਭੈਣ ਨੂੰ ਫੜਿਆ ਚੱਲਣ ਦੀ। ਜੇ ਬਕਾਇਦਾ ਤੌਰ ਤੇ ਮਹਾਰਾਸ਼ਟਰ ਚ ਗਏ ਤਾਂ ਉੱਥੇ ਭਤੀਜੇ ਨੂੰ ਫੜਿਆ ਸ਼ਰਦ ਪਵਾਰ ਦੇ। ਸਾਰਾ ਰਿਕਾਰਡ ਮੁੱਖ ਮੰਤਰੀ ਨੂੰ ਕੁਛ ਨਹੀਂ ਕਿਹਾ। ਉਹਨਾਂ ਨੂੰ ਡਰਾਇਆ, ਭਾਈ ਅਸੀਂ ਗਾਂਹ ਨਹੀਂ ਵੱਧ ਸਕਦੇ। ਆਸ ਕੀਤੀ ਜਾ ਰਹੀ ਸੀ ਕਿ ਜੇ ਕਿਤੇ ਬਕਾਇਦਾ ਤੌਰ ਤੇ ਚੰਨੀ ਦੇ ਉੱਤੇ ਰੇਡ ਕਰਦੇ, ਚੰਨੀ ਨੂੰ ਫੜਦੇ ਤੇ ਪੰਜਾਬ ਦੇ ਵਿੱਚ ਜਿਹੜੇ ਸੀ ਧਰਨੇ ਮੁਜ਼ਾਹਰੇ ਬੜਾ ਕੁਛ ਹੋ ਸਕਦਾ। ਕੱਲ 4 ਮੰਤਰੀ ਉਹਦੇ ਹੱਕ ਚ ਖਲੋਤੇ ਨੇ ਆ ਕੇ ਚੰਨੀ ਦੇ। ਉਹ ਕਹਿੰਦਾ ਨਹੀਂ ਸਿਰਫ ਇੱਥੇ ਨਹੀਂ, ਚੰਨੀ ਨਾਲ ਧੱਕੇਸ਼ਾਹੀ ਹੋ ਰਹੀ ਹੈ। 2018 ਦੇ ਵਿੱਚ ਬਕਾਇਦਾ ਤੌਰ ਤੇ FIR ਤੁਸੀਂ ਨਵਾਂ ਸ਼ਹਿਰ ਦਰਜ ਕਰਦੇ ਹੋ ਤੇ ਕੁਦਰਤਦੀਪ ਸਿੰਘ ਨੂੰ ਫੜਦੇ ਛੱਡ ਦਿੰਦੇ ਹੋ। ਭੁਪਿੰਦਰ ਸਿੰਘ ਹਨੀ ਨੇ ਤਾਂ ਨਾ ਹੀ ਵਿੱਚ FIR ਦੇ ਵਿੱਚ ਤੁਸੀਂ ਹੁਣ ਪਾਉਣੇ। ਅਗਲੀ ਗੱਲ ਜਿਹੜੀ ਇੰਪੋਰਟੈਂਟ ਆ ਜਿਹੜੀਆਂ ਮੂਰਤੀਆਂ ਹੁਣ ਕਹਿ ਰਹੀ ਆ ਨਾ ਬਕਾਇਦਾ ਤੌਰ ਤੇ ਵੀ ਇਹ ਦੋਸ਼ੀ ਆ ਜੀ, ਇਹਦਾ ਭਤੀਜਾ ਜੀ, ਇਹਦੇ ਘਰ ਰੇਡ ਕਰ ਲਓ ਜੀ, ਇੰਨੇ ਪੈਸੇ ਮਿਲ ਜਾਣਗੇ, ਇੰਨੇ ਮਿਲ ਜਾਣਗੇ। ਭਾਈ ਜਦੋਂ ਅਕਾਲੀ ਸਰਕਾਰ ਸੀ, ਜਦੋਂ ਕੈਪਟਨ ਸਰਕਾਰ ਸੀ, ਉਦੋਂ ਵੀ ਭੁਪਿੰਦਰ ਸਿੰਘ ਹਨੀ ਬਕਾਇਦਾ ਤੌਰ ਤੇ ਰੇਤਾਂ ਦਾ ਕੰਮ ਕਰਦਾ ਸੀ। ਤੁਹਾਨੂੰ ਉਦੋਂ ਤਾਂ ਕਿਸੇ ਚੇਤਾ ਮੈਂ ਫਾਲੀਏ ਨੂੰ ਅਸੀਂ ਜੀ, ਉਦੋਂ ਤਾਂ ਕਿਸੇ ਨੇ ਇੰਨੀ ਗੱਲ ਕਹੀ ਵੀ ਇਹ ਬੰਦਾ ਗਲਤ ਆ ਜੀ, ਨੇ ਨਜਾਇਜ਼ ਮਾਈਨਿੰਗ ਕਰਦਾ ਵਾ।
ਹੁਣ ਆ ਕੇ ਜੇ ਈਡੀ ਨੇ ਰੇਡ ਕੀਤਾ, ਉਹਨੂੰ ਫੜਿਆ, ਉਹ ਕਹਿੰਦਾ ਉਹ 10 ਕਰੋੜ ਨੂੰ ਫੜੇ ਗਏ। ਕਿਆ ਬਾਤ ਹੈ, ਕਿਆ ਬਾਤ। ਚਾਵਲਾ ਸਾਹਿਬ ਇੱਥੇ ਇੱਕ ਨਿਰੰਗ ਸਿੰਘ ਇੰਸਪੈਕਟਰ ਹੁੰਦਾ ਸੀ। ਨਿਰੰਗ ਸਿੰਘ ਇੰਸਪੈਕਟਰ ਨੂੰ ਜਿਹੜਾ ਸੀ ਵਿਜੀਲੈਂਸ ਨੇ ਫੜ ਲਿਆ। ਉਹਦੇ ਘਰੋਂ ਕੁਝ ਟੁੱਟੇ ਫੁੱਟੇ ਜਿਹੇ ਹਥਿਆਰ ਬਰਾਮਦ ਹੋਏ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਨਿਰੰਗ ਸਿੰਘ ਆਹ ਹਥਿਆਰ ਤੇਰੇ ਘਰੋਂ ਬਰਾਮਦ ਹੋਏ ਆ? ਉਹਦਾ ਬੜਾ ਬੇਬਾਕੀ में ਜਵਾਬ ਸੀਗਾ ਅਫਸਰਾਂ ਸਾਹਮਣੇ। ਆਈਜੀ ਬੈਠਾ, ਡੀਆਈਜੀ ਬੈਠਾ, ਸਰ ਬੈਠੇ ਉੱਥੇ। ਕਹਿੰਦਾ ਪੱਟੀ ਸਾਹਿਬ ਇੰਨੇ ਕੁ ਹਥਿਆਰ ਤੇ ਹਰ ਪੁਲਿਸ ਅਫਸਰ ਦੇ ਘਰ ਪਏ ਆ, ਤੁਸੀਂ ਮੇਰੀ ਗੱਲ ਕਰਦੇ ਜੀ? ਕਰਾਓ ਜਾਂਚ ਸਾਰਿਆਂ ਦੀ। ਕਹਿੰਦਾ ਕਿਸੇ ਅਫਸਰ ਕੋਲੇ ਕੋਈ ਜਵਾਬ ਨਹੀਂ ਸੀਗਾ। ਤੇ ਮੈਂ ਇਹ ਗੱਲ ਕਹਿਣਾ ਵੀ ਈਡੀ ਦੇ ਜੇ ਕਿਤੇ ਰੇਡ ਕਰਦੇ ਤੇ ਇੱਕ ਵੱਡੇ ਸ਼ੁਰੂ ਕਰਦੇ, ਇਹ ਤਾਂ ਵੇਖੇ ਵੀ ਕਾਂਗਰਸੀ ਆ ਤੇ ਅਕਾਲੀ ਆ ਤੇ ਇਹ ਬੀਜੇਪੀ ਦੇ ਸਾਰਿਆਂ ਨੇ ਕਰ ਦੂ। ਇੱਥੇ ਦੇ 10 ਕਰੋੜ ਮਿਲੇ, ਤੁਹਾਨੂੰ 100 ਕਰੋੜ ਤੋਂ ਘੱਟ ਮਿਲਣਾ ਹੀ ਕੋਈ ਨਹੀਂ। ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈਗੀ ਹੈ ਯੂਪੀ ਦੀ। ਜਿਹੜੇ ਇੱਕਰ ਦੇ ਵਪਾਰੀ ਜੈਨ ਦੇ ਉੱਤੇ ਤੁਸੀਂ ਪੁੱਛ ਪੜਤਾਲ ਤੇ ਜੈਨ ਦੇ ਕੀਤਾ, ਕਰਨਾ ਕਿਤੇ ਹੋਰ ਤੇ ਸੀ ਤੇ ਕਰ ਹੋਰ ਦਿੱਤਾ। ਜਦੋਂ ਜੈਨ ਤੇ ਰੇਡ ਕੀਤਾ, ਉਹਦੇ ਘਰੋਂ 171 ਕਰੋੜ ਰੁਪਏ ਫੜੇ ਗਏ। ਜਦੋਂ ਵੇਖਿਆ ਬੰਦਾ ਆਪਣਾ ਵਾ, ਉਹਨੂੰ ਕਿ ਵਾਪਸ ਕਰਤੇ ਨਹੀਂ ਦੀ ਜੀ, ਵੱਟੇ ਤੇ ਗਈ ਆ। ਇਹ ਹਾਲ ਸਾਡਾ ਵਾ। ਤੇ ਜਿਹੜਾ ਵਿਰੋਧੀ ਸੀ ਮੁੜ ਕੇ ਦੂਜੇ ਤੇ ਰੇਡ ਕਰਦਾ ਜਾ ਕੇ, ਉਹਦੇ ਕੋਲ ਬਰਾਮਦ ਕਰ ਲਏ। ਕਹਿਣ ਤੋਂ ਪਾਵੇ ਆ, ਪਿੱਛੇ ਜਿਵੇਂ ਪੜ੍ਹ ਰਿਹਾ ਸੀ ਜੀ, ਉਹ ਕਹਿੰਦਾ ਵੇਖੋ ਇਨਕਮ ਟੈਕਸ ਕਿਸੇ ਤੋਂ ਨਾ ਲਾਓ, ਖਰਚ ਟੈਕਸ ਲਾ ਦਿਓ। ਜੇ ਖਰਚ ਟੈਕਸ ਲਾ ਦਿਓਗੇ ਤੇ ਲੋਕ ਸੰਜਮ ਨਾਲ ਖਰਚ ਕਰਨਗੇ ਤੇ ਤੁਹਾਡੇ ਬੈਂਕਾਂ 'ਚ ਪੈਸੇ ਆਉਣਗੇ। ਮਤਲਬ ਬੜੇ ਬੜੇ ਕਲਾਕਾਰ ਬੈਠੇ, ਗੱਲ ਠੀਕ ਸੀ ਉਹਦੀ ਵੈਸੇ। ਲੇਕਿਨ ਮੈਂ ਇਹ ਗੱਲ ਕਹਿੰਦਾ ਇੰਨੀ ਗੱਲ ਕਿ ਮੈਂ ਇਹ ਫਿਰ ਕਹਿੰਦਾ ਇਹਨਾਂ ਨੂੰ ਕਿ ਤੁਸੀਂ ਇਕੱਲੇ ਚੰਨੀ ਨੂੰ ਦੋਸ਼ੀ ਨਾ ਠਹਿਰਾਓ। ਈਡੀ ਇੱਕ ਵੱਡੇ ਸਾਰੇ ਸ਼ੁਰੂ ਕਰ ਦੇਵੇ ਕਿ ਆ ਇਹਦੇ ਵੀ ਕਰਨਾ, ਬੀਜੇਪੀ ਦੇ ਵੀ ਕਰਨਾ, ਅਕਾਲੀ ਦੇ ਵੀ ਕਰਨਾ, ਕਾਂਗਰਸ ਦੇ ਵੀ ਕਰਨਾ। ਫਿਰ ਵੇਖੋ ਕਿਹਦੇ ਕੋਲ ਵੱਧ ਪੈਸੇ ਨਿਕਲਦੇ ਜੀ। ਅੱਛਾ, ਕਰੋਨਾ ਪੋਜ਼ਿਟਿਵ ਤੇ ਦੁਨੀਆ ਦੇ ਬਹੁਤ ਸਾਰੇ ਨੇਤਾ, ਲੀਡਰ, ਵੱਡੇ ਵੱਡੇ ਮਹਾਰਥੀ, ਜਿਹੜੇ ਸਾਡੀ ਜਾਨ ਬਚਾਉਣ ਵਾਲੇ ਡਾਕਟਰ ਨੇ, ਨਰਸਾਂ ਨੇ, ਗੱਡੀਆਂ ਚਲਾਉਣ ਵਾਲੇ, ਗੱਡੀਆਂ 'ਚ ਲੈ ਕੇ ਆਉਣ ਵਾਲੇ ਹੈਲਪਰ, ਸਾਰੇ ਹੀ ਹੋਏ ਨੇ। ਪ੍ਰਕਾਸ਼ ਸਿੰਘ ਬਾਦਲ ਵੀ ਕਰੋਨਾ ਪੋਜ਼ਿਟਿਵ ਹਸਪੀਟਲ ਦੇ ਵਿੱਚ ਦਾਖਲ ਨੇ। ਪਰ ਸਭ ਤੋਂ ਵੱਡੀ ਗੱਲ ਮੈਂ ਇਹ ਵੇਖ ਰਿਹਾ ਕਿ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਵਾਲੀ ਕੋਈ ਡਿਸਟੈਂਸ ਨਹੀਂ। ਫੋਟੋ ਜਿਹੜੀ ਲਾਗੇ ਹੈ, ਫੋਟੋ ਖਿੱਚਣ ਵਾਲਾ 6 ਫੁੱਟ ਦੀ ਦੂਰੀ ਫੜ ਕੇ ਲੈ ਕੇ ਜਾ ਰਹੇ ਨੇ। ਇਹਦਾ ਮਤਲਬ ਜਿਹੜੇ ਨਾਲ ਲੈ ਕੇ ਜਾ ਰਹੇ ਨੇ ਉਹ ਤਾਂ ਹੈਗੀ ਹੈਗੀ, ਉਹਨਾਂ ਦਾ ਵੀ ਟੈਸਟ ਕਰਾਇਆ ਜਾਣਾ ਚਾਹੀਦਾ ਹੈ ਨਾ। ਬਿਲਕੁਲ ਜੀ, ਬਿਲਕੁਲ। ਤੇ ਕਿੱਥੇ ਹਾਲਾਤ ਇਹੋ ਜਿਹੇ ਸੀਗੇ ਜਦੋਂ ਇਹ ਆਇਆ ਸੀਗਾ, ਉਦੋਂ ਲਾਗੇ ਕੋਈ ਨਹੀਂ ਲੱਗਦਾ ਹੈ ਨਾ, ਇੰਨੀ ਦਹਿਸ਼ਤ ਸੀ। ਅੱਜ ਕਰੋਨਾ ਪੋਜ਼ਿਟਿਵ ਨੂੰ ਇਸ ਤਰ੍ਹਾਂ ਲੈ ਕੇ ਜਾ ਰਹੇ ਨੇ। ਇਹ ਪਹਿਲੀ ਇਹਦੀ ਫੋਟੋ ਆਈ ਹੈ ਕਿ ਜੇ ਵਾਕਈ ਉਹ ਸਹੀ ਫੋਟੋ ਆ ਲੈ ਕੇ ਜਾਣ ਵਾਲੀ, ਵੀ ਮੈਨੂੰ ਕਰੋਨਾ ਪੋਜ਼ਿਟਿਵ ਹਸਪੀਟਲ 'ਚ ਲੈ ਕੇ ਜਾ ਰਹੇ ਨੇ ਇਸ ਤਰ੍ਹਾਂ, ਇਹ ਵੀ ਫੋਟੋ ਤੇ ਬੜੇ ਵੱਡੇ ਸਵਾਲ। ਕੀ ਕਹਿਣਾ ਚਾਹੋਗੇ? ਦੇਖੋ, ਜਿੱਥੋਂ ਤੱਕ ਕਰੋਨਾ ਪੋਜ਼ਿਟਿਵ ਦੀ ਗੱਲ ਜੀ, ਆਪਾਂ ਅੱਗੇ ਵੀ ਗੱਲ ਕੀਤੀ ਸੀ, ਬਾਦਲ ਸਾਹਿਬ ਦੀ ਉਮਰ ਹੁਣ ਰੈਸਟ ਕਰਨ ਦੀ ਹੈ, ਆਰਾਮ ਕਰਨ ਦੀ ਆ। ਤੁਸੀਂ ਉਹਨਾਂ ਕੋਲ ਕੰਪੇਨ ਕਰਾ ਰਹੇ ਹੋ ਲੰਬੀ ਦੇ ਵਿੱਚ, ਜੋ ਸੇਵਾ ਭਾਲਦੇ ਨੇ, ਲੰਬੀ ਚ ਕੰਪੇਨ ਕਰ ਰਹੇ ਹੋ। ਉਹ ਗੱਡੀ 'ਚ ਬਹਿ ਕੇ ਲੋਕਾਂ ਨੂੰ ਮਿਲ ਰਿਹਾ, ਗੱਡੀ 'ਚ ਬਹਿ ਕੇ ਸੰਬੋਧਨ ਕਰ ਰਹੇ, ਗੱਡੀ 'ਚ ਉਹਨਾਂ ਨੂੰ ਅਸ਼ੀਰਵਾਦ ਦੇ ਰਿਹਾ। 65 ਪਿੰਡਾਂ 'ਚ ਬਕਾਇਦਾ ਤੌਰ ਤੇ ਸਰਦਾਂ ਨੇ ਆਪਣੀ ਕੰਪੇਨ ਵੀ ਕਰਨੀ ਸੀ। ਇਸ ਕਰਕੇ ਤੁਹਾਨੂੰ ਪਤਾ ਕਿ ਕਰੋਨਾ ਜਿਹੜਾ ਪੋਜ਼ਿਟਿਵ ਆ ਬੰਦਾ ਵਾ, ਜਿਹੜਾ ਤਕੜਾ ਬੰਦਾ ਉਹਨੂੰ ਕਰੋਨਾ ਕੁਝ ਕਹਿੰਦਾ ਨਹੀਂ ਗਾ, ਪਹਿਲਾਂ ਤੇ ਮਾੜੇ ਵੀ ਨਾ ਅਸਰ ਵੀ ਕਰਦਾ ਵਾ। ਉਹ ਡੀਐਮਸੀ ਦਾਖਲ ਨੇ ਹੁਣ, ਉਹਨਾਂ ਨੂੰ ਹੁਣ ਅਜੇ ਵੀ ਕਹਿੰਦੇ ਆ ਕਿ ਉਹਨੂੰ ਰੈਸਟ ਕਰਨੀ ਚਾਹੀਦੀ ਆ। ਤੇ ਬੀਬੀ ਹਰਸਿਮਰਤ ਕੌਰ ਬਾਦਲ ਲੋਕਾਂ ਨੂੰ ਕਹਿੰਦੀ ਆ ਕਿ ਅਸੀਂ ਬਾਦਲ ਸਾਹਿਬ ਨੂੰ ਬੜਾ ਬਣਾਇਆ, ਤੁਸੀਂ ਚੋਣ ਲੜੋ। ਕਹਿੰਦੇ ਮੈਂ ਨਹੀਂ ਲੈਣੀ ਕੋਈ, ਅੱਛਾ ਰੱਖ। ਅਸੀਂ ਸੰਗਤ ਨੂੰ ਕਹਿੰਦੇ, ਸੰਗਤ ਉਹਨਾਂ ਨੂੰ ਬੇਨਤੀ ਕਰੇ ਤੇ ਚੋਣ ਲੜ ਲੰਬੀ ਦੇਖੋ। ਅੱਛਾ, ਹਾਂ, ਇਹ ਸਾਡਾ ਖਤਰਾ ਆ ਜੀ ਜੀ ਬਾਬਾ ਜੀ, ਪਾਓ ਦਿਹਾੜੀਆਂ ਕਿਤੇ। ਲੰਬੀ ਹਲਕੇ ਤੋਂ ਗੁਰਨਾਮ ਸਿੰਘ ਅਵਲ ਖਲਾਨਾ ਨੂੰ 1997 ਚ ਹਰਾ ਕੇ ਤੇ ਬਾਦਲ ਸਾਹਿਬ ਚੁਣ ਦਿੱਤੀ ਸੀ। ਅੱਜ ਉਹਨਾਂ ਦੇ ਪਰਿਵਾਰ ਤੋਂ ਜਗਪਾਲ ਸਿੰਘ ਅਵਲ ਖਲਾਨਾ ਨੂੰ ਟਿਕਟ ਦਿੱਤੀ ਗਈ ਹੈ। ਉਹ ਦੂਜਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਗੁਰਮੀਤ ਸਿੰਘ ਖੁੜੀਆ, ਜਗਦੇਵ ਸਿੰਘ ਖੁੜੀਆ ਦਾ ਅੱਛਾ ਬੰਦਾ, ਤਕੜਾ, ਮਾੜਾ ਨਹੀਂ ਹੈਗਾ, ਵੋਟ ਬੈਂਕ ਉਹਦੇ ਕੋਲ ਹੈਗਾ। ਜਿਹੜੇ ਮਹੇਸ਼ ਇੰਦਰ ਸਿੰਘ ਬਾਦਲ ਨੇ, ਇਹਨਾਂ ਦੇ ਚਚੇਰੇ ਭਰਾ,
ਉਹ ਬਕਾਇਦਾ ਤੌਰ ਤੇ ਕਾਂਗਰਸੀ ਆ, ਉਹ ਗੁਰਮੀਤ ਸਿੰਘ ਖੁੱਡੀਆਂ ਦੀ ਮਦਦ ਕਰਨਗੇ, ਜਗਪਾਲ ਸਿੰਘ ਅਮਲ ਖਾਨ ਨਹੀਂ ਕਰਨਗੇ। 90% ਕਾਂਗਰਸ ਵਾਲੇ ਜਿਹੜੇ ਉੱਥੇ ਆਪ ਨੂੰ ਭੁਗਤਣਗੇ, ਆਪ ਨੂੰ ਵੀ ਇਹ ਸੀਟ ਜਿੱਤਣੀ ਅਸੀਂ ਕਿਸ ਤਰੀਕੇ ਨਾਲ। ਤੁਹਾਨੂੰ ਲੱਗਦਾ ਕਿ ਇਹ ਵਾਕਿਆ ਹੀ ਕਰੋਨਾ ਹੋ ਗਿਆ ਕਿ ਸਿਰਫ ਇੱਕ ਰਾਜਨੀਤੀ ਦੇ ਵਿੱਚ ਸਿੰਪਥੀ ਮਤਲਬ ਇਹੋ ਜਿਹੀਆਂ ਖੇਡਾਂ ਵੀ ਬੜੀਆਂ ਹੁੰਦੀਆਂ ਨੇ? ਦੇਖੋ ਜੀ, ਡਾਕਟਰ ਨੇ ਦੱਸਣਾ ਆਪਣੀ ਕੋਈ ਅੱਜ ਨਹੀਂ ਕੱਲ ਡਾਕਟਰ ਦੱਸ ਦੇਣਗੇ ਵੀ ਕੀ ਨਹੀਂ ਕਰੋਨਾ ਹੈਗਾ ਕਿ ਨਹੀਂ ਹੈਗਾ, ਉਹ ਤਾਂ ਫਿਰ ਰਿਪੋਰਟ ਬਾਹਰ ਆ ਜਾਣੀ। 905 813 1320 905 813 1320 ਤੇ ਦੋਸਤੋ, ਅਗਰ ਤੁਸੀਂ ਪਾਰਟੀ ਸਾਹਿਬ ਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਯੂਰ ਮੋਸਟ ਵੈਲਕਮ ਆ। ਮੋਦੀ ਤੇ ਕੈਪਟਨ ਨੂੰ ਹੁਣ ਪੰਜਾਬ ਵਿੱਚ ਡਬਲ ਡੋਜ਼ ਦਿਆਂਗੇ, ਬੂਸਟਰ ਨਹੀਂ। ਰੰਧਾਵਾ ਸਾਹਿਬ ਨੂੰ ਕਿਹਾ ਬੂਸਟਰ ਚੱਲ ਪਿਆ, ਡਬਲ ਡੋਜ਼ ਤੇ ਲੈ ਲਈ ਲੋਕਾਂ ਨੇ। ਜੀ 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 ਵੇਖੋ, ਉਹਨਾਂ ਨੇ ਇਲੈਕਸ਼ਨ ਦੀ ਗੱਲ ਕੀਤੀ ਇੱਥੇ। ਇਲੈਕਸ਼ਨ ਆ ਰਹੀ ਆ ਤੇ 4 ਮੰਤਰੀਆਂ ਨੇ ਬਕਾਇਦਾ ਤੌਰ ਤੇ ਕੱਲ ਇਕੱਠੇ ਹੋ ਕੇ ਇੰਨੀ ਗੱਲ ਕਹੀ ਆ ਵੀ ਭਾਈ ਜਿਹੜੇ ਸਾਡੇ ਚਰਨਜੀਤ ਸਿੰਘ ਚੰਨੀ ਉਹਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੋ। ਇਹਦਾ ਮਤਲਬ ਉਹ ਮੰਤਰੀ ਜਿਹੜੇ ਆ ਉਹ ਸਿੱਧੂ ਦੀਆਂ ਸਫਾ ਦੇ ਉੱਤੇ ਪਾਣੀ ਫੇਰਨ ਤੇ ਪਿੱਛੇ ਨਹੀਂ। ਰੰਧਾਵਾ ਸਾਹਿਬ ਕਹਿੰਦੇ ਵੀ ਇਹ ਕੰਮ ਜਿਹੜਾ ਛੋਟਾ ਮੋਟਾ ਨਹੀਂ ਹੈਗਾ, ਇਹ ਮਜੀਠੀਆ ਤੇ ਕੈਪਟਨ ਨੇ ਜਿਹੜਾ ਰੇਡ ਕਰਾਇਆ। ਜਿਹੜੀਆਂ ਸਿਫਤਾਂ ਜਿਹੜੀਆਂ ਮਜੀਠੀਏ ਨੇ ਕੀਤੀਆਂ ਮੋਦੀ ਦੀਆਂ, ਐਵੇਂ ਨਹੀਂ ਕੀਤੀਆਂ, ਉਹਦੇ ਪਿੱਛੇ ਵੀ ਕਈ ਪ੍ਰਕਾਰ ਦੇ ਰਾਜ ਆ। ਪਰ ਆ ਜਾਣ ਮੈਦਾਨੇ ਜੰਗ ਦੇ ਵਿੱਚ ਇਹਨਾਂ ਨੂੰ ਡਬਲ ਡੋਜ਼ ਦੇ ਕਰਾਂਗੇ ਇਹਨਾਂ ਘਰ ਨੂੰ, ਜਿੱਤਣ ਨਹੀਂ ਦਿੰਦੇ ਇਹਨਾਂ ਨੂੰ, ਜੋ ਮਰਜ਼ੀ ਭੱਜ ਇਹਨਾਂ ਨੇ। ਲੇਕਿਨ ਜਿਹੜੀ ਚੰਨੀ ਸਾਹਿਬ ਦੀ ਗੱਲ ਕਰਦੇ, ਚੰਨੀ ਗੋਲੀ ਚਲਾਦਾ ਤਾਂ ਸਮਝ ਉੱਤੇ। ਜੇ ਮੋਦੀ ਸਾਹਿਬ ਉੱਥੋਂ ਮੁੜ ਗਏ ਤੇ ਫਿਰ ਹੱਜ ਕੀ ਹੋ ਗਿਆ? ਤੇ ਜਿੱਥੇ ਰੈਲੀ ਸੀਗੀ ਉੱਥੇ ਬੰਦੇ ਨਹੀਂ ਇਕੱਠੇ, ਤਾਂ ਉੱਥੇ ਤਾਂ ਮੁੜਨਾ ਹੀ ਸੀ ਨਾ। ਜੇ 10 ਮਿੰਟ ਪਹਿਲਾਂ ਮੁੜ ਗਏ ਫਿਰ ਕੀ ਮਿੰਟ ਪੜ ਗਿਆ ਉੱਥੇ? ਕਹਿੰਦੇ 70,000 ਕੁਰਸੀ ਲਾਈ ਤੇ 700 ਤੇ ਬੰਦਾ ਨਹੀਂ ਸੀ, ਜਾ ਕੇ ਖਾਲੀ ਕੁਰਸੀ ਸਭੋਂ ਕਰਨਾ ਸੀ ਮੋਦੀ ਸਾਹਿਬ ਨੇ ਉੱਥੇ। ਇਹ ਤੇ ਇੱਕ ਬਹਾਨਾਬਾਜ਼ੀ ਬਣਾਈ ਗਈ ਆ। ਅਸੀਂ ਕਿਸਾਨਾਂ ਤੇ ਬਿਲਕੁਲ ਗੋਲੀ ਨਹੀਂ ਚਲਾਉਣੀ, ਕਿਸਾਨਾਂ ਤੇ ਬਿਲਕੁਲ ਤਸ਼ੱਦਦ ਨਹੀਂ ਕਰਨਾ। ਸਾਡੀ ਸਰਕਾਰ ਬਣੇ ਨਾ ਬਣੇ, ਅਸੀਂ ਬਿਲਕੁਲ ਕਿਸਾਨਾਂ ਨੂੰ ਵਧੀਕੀ ਨਹੀਂ ਹੋਣ ਦਿਆਂਗੇ ਤੇ ਜੋ ਮਰਜ਼ੀ ਹੋ ਜਾਏ ਜੀ। ਤੇ ਇਹ ਆਪਣੀ ਡਬਲ ਡੋਜ਼ ਲੈਣ ਵਾਸਤੇ ਦੋਵੇਂ ਤਿਆਰ ਹੋ ਜਾਣ, ਇਹਨੂੰ ਡਬਲ ਡੋਜ਼ ਦੇਾਂਗੇ ਚੋਣਾਂ ਦੇ ਵਿੱਚ ਅਸੀਂ ਜੀ। 9058131320 905 813 1320। ਔਰ ਕੀ ਲੱਗਦਾ ਹੈ ਤੁਹਾਨੂੰ ਕਿ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਨੇ ਜਿਹੜਾ ਫੈਸਲਾ ਰਾਖਵਾਂ ਰੱਖਿਆ ਮਿਲ ਜਾਵੇਗੀ ਚੋਣਾਂ ਦੇ ਵੇਲੇ, ਜਾਂ ਇਦਾਂ ਹੀ ਲੜਕਦਾ ਰਹੇਗਾ ਕੰਮ? ਵੇਖੋ, ਸਾਡਾ ਜਿਹੜਾ ਕਾਨੂੰਨ ਆ ਜੀ ਮੋਮ ਦਾ ਨੱਕ, ਬਕਾਇਦਾ ਤੌਰ ਤੇ 11 ਵਾਰੀ ਈਡੀ ਨੇ ਬੁਲਾਇਆ ਤੇ ਆਪਣੇ ਖਹਿਰਾ ਸਾਹਿਬ ਖੁਦ ਉੱਥੇ ਪਹੁੰਚੇ ਵੀ ਦੱਸੋ ਮੈਨੂੰ ਪੁੱਛਣਾ ਤੁਸੀਂ ਕੀ, ਤੇ 11ਵੀਂ ਵਾਰੀ ਗ੍ਰਿਫਤਾਰ ਕਰ ਲਿਆ ਤੇ ਉੱਪਰ ਹੁਕਮ ਆ ਗਏ ਭਾਈ ਕਰ ਲੋ ਗ੍ਰਿਫਤਾਰ, ਹੁਣ ਲਾਓ ਹੱਥ ਕਰੀਏ, ਜੇਲ੍ਹ ਚਲੇ ਗਏ। ਧਾਰਾ 27A ਦੇ ਵਿੱਚ ਬਕਾਇਦਾ ਤੌਰ ਤੇ ਜਲਦੀ ਜ਼ਮਾਨਤ ਨਹੀਂ ਹੁੰਦੀ, ਤੇ ਜਿਨ੍ਹਾਂ ਨੂੰ ਜ਼ਮਾਨਤ ਮਿਲੀ ਆ ਉਸ ਧਾਰਾ ਦੇ ਵਿੱਚ ਸਾਰੇ ਸਭ ਕੁਝ ਸਾਹਮਣੇ। ਉਹਨਾਂ ਦੇ ਤੇ ਕਿਉਂ ਨਹੀਂ ਜੀ, ਉਹਨਾਂ ਦੇ ਕਿਉਂ ਨਹੀਂ ਕੰਮ ਕੀਤਾ ਗਿਆ ਜਿਸ ਕਾਨੂੰਨ ਜੀ ਜੀ। ਇਹ ਮੋਮ ਦਾ ਨੱਕ ਆ। ਇਸ ਕਰਕੇ ਉਮੀਦ ਆ, ਕਿਉਂਕਿ ਚਲਾਨ ਪੇਸ਼ ਹੋ ਚੁੱਕਾ ਵਾ, ਇਹਦੇ ਵਿੱਚ ਹੁਣ ਪ੍ਰਕਿਰਿਆ ਵਾਪਸ ਕੋਈ ਰਹਿ ਨਹੀਂ ਗਈ। ਉਮੀਦ ਆ ਕਿ ਉਹਨਾਂ ਨੂੰ ਬੇਲ ਮਿਲ ਜਾਏਗੀ, ਅੱਜ ਮਿਲ ਜੇ ਕੱਲ ਮਿਲ ਜੇ, ਬੇਲ ਮਿਲ ਜਾਏਗੀ ਤੇ ਫਿਰ ਉਹ ਆਪਣੇ ਇਲਾਕੇ ਜਾ ਕੇ ਗੱਜਣਗੇ ਪੂਰੇ। ਤੇ ਉਹ ਦੂਜੇ ਪਾਸੇ ਜਿਹੜਾ ਉਹ ਕਿਰਪਾਨ ਕੱਢੀ ਫਿਰਦੇ ਨੇ ਰਾਣਾ ਗੁਰਜੀਤ ਸਿੰਘ, ਜਿਨ੍ਹਾਂ ਦੇ ਖਿਲਾਫ 4 ਮੰਤਰੀਆਂ ਨੇ ਬਕਾਇਆ ਤੌਰ ਤੇ ਲਿਖ ਕੇ ਦਿੱਤਾ ਕਿ ਇਹਨੂੰ ਪਾਰਟੀ ਚੋਂ ਕੱਢੋ, ਪਾਰਟੀ ਚੋਂ ਇਹ ਬੰਦਾ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ। ਉਹ ਸ਼ਰੇਆਮ ਕਹਿੰਦਾ ਸੁਲਤਾਨਪੁਰ ਲੋਧੀ ਤੋਂ ਤੁਸੀਂ ਪਾਰਟੀ ਦੇ ਨਵਤੇਜ ਸਿੰਘ ਚੀਮਾ ਨੂੰ ਟਿਕਟ ਦਿੱਤੀ, ਉੱਥੋਂ ਮੇਰਾ ਮੁੰਡਾ ਆਜ਼ਾਦ ਲੜੇਗਾ ਤੇ ਜਿੱਤੇਗਾ। ਤੇ ਫਿਰ ਇਹ ਕੀ ਆ? ਤੇ ਉਹਨਾਂ 4 ਮੰਤਰੀਆਂ ਨੇ ਕਿਹਾ ਵੀ ਪਾਰਟੀ ਨੂੰ ਚੀਫ ਪਹੁੰਚਾ ਰਿਹਾ, ਇਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਉਹਦੀ ਪਾਰਟੀ ਨੂੰ ਕੱਢਿਆ ਜਾਵੇ। ਉਹ ਕਹਿੰਦਾ ਓਏ ਜਿਹੜੇ ਤੁਸੀਂ ਪਾਰਟੀ ਨੂੰ ਕੱਢਣ ਦੀ ਗੱਲ ਕਰਦੇ ਹੋ, ਮੈਨੂੰ ਰਾਹ ਕੇ ਵਿਖਾਓ ਜਿਹੜਾ ਸਾਡੇ ਇੰਨਾ ਹੰਕਾਰ। ਕੁਦਰਤ ਬੜੀ ਬੇਅੰਤ ਆ। ਜਦੋਂ ਪਹਿਲੀ ਵਾਰੀ ਚੋਣ ਜਿੱਤੇ ਸੀ ਨਾ ਰਾਣਾ ਸਾਹਿਬ, ਤੇ ਉਦੋਂ ਸੋਨੀਆ ਗਾਂਧੀ ਕਹਿੰਦੀ ਸੀ ਕਿ ਚੋਣ ਲੜਨੀ ਹੈ ਨਾ ਤੇ ਰਾਣੇ ਤੋਂ ਸਿੱਖੋ। ਇਹ ਤੁਸੀਂ ਦੱਸਿਆ ਜੀ। ਆਪਾਂ ਅਗਲੀ ਕਾਲ ਲੈ ਲੈਂਦੇ ਹਾਂ। ਹੈਲੋ ਜੀ ਰਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪਣੇ ਭੱਟੀ ਸਾਹਿਬ। ਤੇ ਤੁਸੀਂ ਦੱਸੋਗੇ ਫਲੌਰ ਤੋਂ ਆਮ ਆਦਮੀ ਦਾ ਤੇ ਅਕਾਲੀਆਂ ਦਾ ਕੌਣ ਉਮੀਦਵਾਰ ਆ ਜੀ, ਫਲੌਰ ਹਲਕੇ ਤੋਂ?
ਥੈਂਕ ਯੂ ਜੀ। ਜੀ ਇਸ ਵੇਲੇ ਜ਼ਬਾਨੀ ਤੇ ਕੁਝ ਯਾਦ ਨਹੀਂ ਹੈ ਜੀ। ਮੈਂ ਸ਼ਾਮੀ ਫਿਰ ਤੱਕ ਸਵੇਰੇ ਫਿਰ ਆਉਣਾ ਵਾ ਤੁਹਾਨੂੰ ਸਾਰਾ ਦੱਸ ਦੂੰਗਾ ਜੀ, ਮਿਹਰਬਾਨੀ। ਅੱਛਾ ਚਲੋ, ਆਖਰੀ ਕੁਐਸਚਨ। ਅੱਜ ਕਿਤਾਬ ਰਿਲੀਜ਼ ਹੋਈ ਹੈ ਜਸਟਿਸ ਰਣਜੀਤ ਸਿੰਘ ਹੁਣਾਂ ਦੀ, ਉਹਦੇ ਵਿੱਚ ਉਹੀ ਸਾਰਾ ਕੁਝ ਹੈ। ਉਹ ਤੇ ਤੁਹਾਡੀ ਵਾਈਂਡ ਅਪ ਕਰਦੇ ਹੋਏ, ਕਿਉਂਕਿ ਇੰਨਾ ਸਮਾਂ ਤੁਸੀਂ ਲੈ ਲੈਣਾ, 3-4 ਮਿੰਟ ਸਾਡੇ ਕੋਲ ਹੈਗੇ ਨੇ। ਇਹ ਕਿਤਾਬ ਰਣਜੀਤ ਸਿੰਘ ਹੁਣਾਂ ਦੀ ਇਸ ਚੋਣਾਂ ਦੇ ਮੌਕੇ ਤੋਂ ਕਹਿੰਦੇ ਜੀ ਇਹ ਤਾਂ ਸਿਰਫ ਕੋਇਨਸੀਡੈਂਟ ਹੀ ਆ, ਪਰ ਇਲਜ਼ਾਮ ਤਰਾਸ਼ੀ ਫਿਰ ਉਹਨਾਂ ਦੇ ਸਿਰ ਤੇ ਹੀ ਹੈ ਜਿਹੜੇ ਆਜ਼ਾਦ ਫਿਜ਼ਾ ਦੇ ਵਿੱਚ ਜ਼ਮਾਨਤਾਂ ਲੈ ਕੇ ਘੁੰਮਦੇ ਫਿਰਦੇ ਨੇ ਤੇ ਨਜ਼ਾਰੇ ਲੁੱਟ ਰਹੇ ਨੇ। ਵੇਖੋ, ਜਸਟਿਸ ਰਣਜੀਤ ਸਿੰਘ ਖਹਿਰਾ ਸਾਹਿਬ ਦੇ ਸਕੇ ਜੀਜਾ ਜੀ ਜੀ, ਸੁਖਪਾਲ ਸਿੰਘ ਖਹਿਰਾ ਦੇ, ਔਰ ਇੱਕ ਇਮਾਨਦਾਰ ਜਸਟਿਸ ਹੈ। ਉਹਨਾਂ ਤੇ ਕੋਈ ਤੁਸੀਂ ਇਲਜ਼ਾਮਬਾਜ਼ੀ ਨਹੀਂ ਕਰ ਸਕਦੇ। ਮੈਰਿਟ ਤੇ ਫੈਸਲੇ ਕਰਦੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਅੱਜ ਵੀ ਬੜੀ ਸਾਦਗੀ ਚ ਰਹਿੰਦੇ ਆ, ਇਹ ਨਹੀਂ ਗੱਲ ਪੀਣੀ, ਬਹੁਤ ਸਾਦਗੀ ਚ ਰਹਿੰਦੇ ਆ। ਉਹਨਾਂ ਨੇ ਜੇ ਕਿਤਾਬ ਲਿਖੀ ਆ ਤੇ 6 ਮਹੀਨੇ ਪਹਿਲਾਂ ਰਿਲੀਜ਼ ਕਰਦੇ ਤੇ ਇਸ ਕਿਤਾਬ ਦਾ ਕੁਝ ਰੂਪ ਰੇਖਾ ਕੁਝ ਹੋਰ ਹੁੰਦੀ, ਇਸ ਕਿਤਾਬ ਦਾ ਅਸਰ ਕੁਝ ਹੋਰ ਹੁੰਦਾ। ਹੁਣ ਇੱਕ ਖਾਤੇ 'ਚ ਪੈ ਜਾਏਗਾ ਵੀ ਇਹ ਜਾਣਬੁੱਝ ਕੇ ਰਿਲੀਜ਼ ਕਰਾਈ ਗਈ ਹੈ। ਹਾਲ ਹੀ ਤਾਂ ਮੈਂ ਮੰਨਿਆ ਇਸ ਗੱਲ ਨੂੰ ਵੀ ਮੈਂ ਜਾਣਬੁੱਝ ਕੇ ਰਿਲੀਜ਼ ਨਹੀਂ ਕਰਾਈ। ਇਸ ਵੇਲੇ ਸਰਕਮਸਟੈਂਸਸ ਇਹੋ ਜਿਹੇ ਬਣ ਗਏ ਸੀਗੇ ਜਿਹਦੇ ਕਰ ਰਿਲੀਜ਼ ਕੀਤੀ। ਉੱਥੇ ਸਾਬਕਾ ਹਾਈ ਕੋਰਟ ਦੇ ਚੀਫ ਜਸਟਿਸ ਆਰ ਐਸ ਸੋਢੀ ਉੱਥੇ ਸਨ ਜੋ ਰਿਲੀਜ਼ ਕੀਤੀ ਗਈ ਹੈ। ਤੇ ਇਸ ਕਿਤਾਬ ਦੇ ਵਿੱਚ ਚਿੱਟੇ ਲਫ਼ਜ਼ਾਂ 'ਚ ਫਿਰ ਲਿਖਿਆ ਗਿਆ, ਜੋ ਇਹਨਾਂ ਆਪਣੀ ਰਿਪੋਰਟ 'ਚ ਲਿਖਿਆ ਸੀ ਵੀ ਬਕਾਇਦਾ ਤੌਰ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਸਮੇਤ ਸਿੰਘ ਸੈਣੀ, ਤਤਕਾਲੀ ਪੁਲਿਸ ਅਧਿਕਾਰੀ ਤੇ ਤਤਕਾਲੀ ਮੁੱਖ ਮੰਤਰੀ ਪੰਜਾਬ ਦੋਸ਼ੀ। ਪਰ ਤੁਸੀਂ ਜਸਟਿਸ ਸਾਹਿਬ ਲਿਖੀ ਜਾਓ, ਤੁਹਾਡੇ ਲਿਖਣ ਦਾ ਕੋਈ ਫਰਕ ਨਹੀਂ ਪੈਣਾ। ਜਿੰਨੀਆਂ ਵੀ ਪਹਿਲੀ ਮੈਂ ਕਿਹਾ ਪਾਰਦਰਸ਼ੀ ਤਰੀਕੇ ਨਾਲ ਜਿਸ ਤਰੀਕੇ ਨਾਲ ਰਿਪੋਰਟ ਤਿਆਰ ਕੀਤੀ ਸੀ, ਉਸ ਰਿਪੋਰਟ ਦੇ ਵਿੱਚ ਤੁਸੀਂ ਵੇਖੋ ਹਰ ਚੀਜ਼ ਦੀ ਵੀਡੀਓ ਬਣੀ, ਹਰ ਇੱਕ ਨਾਲ ਵੀਡੀਓ ਲੱਗੀ ਹੋਈ। ਜਿੰਨੀ ਵੀ ਕਿਸੇ ਨੇ ਕਹਿ ਲਓ ਕਿ ਜੀ ਆਹ ਵੀਡੀਓ ਹੈਗੀ, ਤੂੰ ਜੋ ਕਹਿਣਾ ਕੈਮਰੇ ਸਾਹਮਣੇ ਕਹਿ ਦੇ ਜੀ। ਜੋ ਲਿਖ ਕੇ ਦੇਣਾ ਆਪਣੇ ਹੱਥ ਨਾਲ ਲਿਖ ਕੇ ਦੇ ਦੇ। ਜੇ ਆਪ ਨਹੀਂ ਲਿਖ ਸਕਦਾ ਆਪਣੇ ਕਿਸੇ ਪਰਿਵਾਰ ਤੋਂ ਲਿਖਾ ਕੇ ਸਾਈਨ ਕਰਕੇ ਦੇ ਦੇ। ਅਸੀਂ ਕਿਸੇ ਕੁਝ ਨਹੀਂ ਲਿਖਾਉਣਾ। ਜੀ 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 ਜੀ। ਉਹਦੇ ਅਧਿਆਪ ਤੇ ਰਿਪੋਰਟ ਤਿਆਰ ਕੀਤੀ ਸੀ ਤੇ ਮਜੀਠਾ ਸਾਹਿਬ ਨੇ ਜਾ ਕੇ ਉਹ ਰਿਪੋਰਟ ਜਿਹੜੀ 5 ਰੁਪਏ ਦੀ ਰੱਦੀ ਚ ਵੇਚੀ ਸੀ ਜੀ। ਤੋਹੀਨ ਕੀਤੀ ਸੀ ਰਿਪੋਰਟ। ਇਹਦਾ ਮਤਲਬ ਵੀ ਤੁਸੀਂ ਦੋਸ਼ੀ ਆਪ ਹੋ, ਇਸ ਕਰਕੇ ਕੰਮ ਕਰ ਰਹੇ ਹੋ ਕਿ ਇਹ ਰਿਪੋਰਟ ਠੀਕ ਨਹੀਂ। ਅੱਜ ਉਹਨਾਂ ਨੇ ਕਿਤਾਬ ਲਿਖ ਦਿੱਤੀ ਹੈ ਦੀ ਸੈਕਲੇਜ, ਮਤਲਬ ਉਹਦਾ ਬੇਅਦਬੀ ਹੈ। ਪਰ ਮੈਨੂੰ ਨਹੀਂ ਮਿਲਦਾ ਉਹਨਾਂ ਦੇ ਕਿਤਾਬ ਲਿਖਣ ਤੋਂ ਬਾਅਦ ਕੋਈ ਇਨਸਾਫ ਮਿਲੇ। ਪਰ ਇਹ ਆ ਵੀ ਇੱਕ ਕਿਤਾਬ ਇਤਿਹਾਸ ਦਾ ਹਿੱਸਾ ਜ਼ਰੂਰ ਬਣ ਜਾਏਗੀ। ਲੋਕ ਯਾਦ ਕਰਿਆ ਕਰਨਗੇ ਕਿ ਇਸ ਵੇਲੇ ਆਹ ਮੋਰਚਾ ਲੱਗਾ ਸੀ, ਇਹ ਗੱਲ ਹੋਈ ਸੀ, ਉੱਥੇ ਇਹ ਕਿਤਾਬ ਲਿਖੀ ਗਈ ਸੀ ਜਸਟਿਸ ਰਣਜੀਤ ਸਿੰਘ ਵੱਲੋਂ, ਉਹ ਚਾਹੇ ਕੁਛ ਹੋਇਆ ਸੀਗਾ, ਉਹ ਪੜ੍ਹਨ ਤੋਂ ਵੱਧ ਕੁਛ ਨਹੀਂ ਰਹੇਗੀ ਜੀ। ਇਹਦਾ ਦੂਜੇ ਪਾਸੇ ਇਹ ਸਿਰਫ ਇੰਗਲਿਸ਼ ਵਰਜ਼ਨ ਹੈ ਜਾਂ ਮਤਲਬ ਦੋਨਾਂ ਭਾਸ਼ਾਵਾਂ ਦੇ ਵਿੱਚ? ਮੇਰੇ ਖਿਆਲ ਇੰਗਲਿਸ਼ ਵਰਜ਼ਨ ਹੀ ਹੈ ਜੀ ਹਾਲ ਦੀ ਘੜੀ। ਜੀ। ਦੂਜੇ ਪਾਸੇ ਵੇਖੋ, ਬਹਿਬਲ ਕਲਾਂ ਦੇ ਵਿੱਚ ਜਾ ਕੇ ਪਿਛਲੇ 34 ਦਿਨਾਂ ਤੋਂ ਬਕਾਇਦਾ ਤੌਰ ਤੇ ਮੋਰਚਾ ਲਾ ਕੇ ਬੈਠੇ ਨੇ ਉੱਥੇ ਪੀੜਤ ਪਰਿਵਾਰ। ਜੀ। ਸੁਖਰਾਜ ਸਿੰਘ ਬੈਠਾ ਉੱਥੇ, ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਵਾ। ਗੁਰਜੀਤ ਸਿੰਘ ਸਰਾਵਾਂ ਦੇ ਫਾਦਰ ਸਾਧੂ ਸਿੰਘ ਹੋਰੀ ਬੈਠੇ ਨੇ ਸਰਾਵਾਂ ਉੱਥੇ। ਅੱਜ ਉਹਨਾਂ ਉੱਥੇ ਪੰਥਕ ਕਨਵੈਨਸ਼ਨ ਬੁਲਾਈ ਹੈ, ਭਾਈ ਇੱਥੇ ਆਓ ਆਪਾਂ ਫੈਸਲਾ ਲਈਏ ਕਿ ਅਗਲਾ ਆਪਾਂ ਜਿਹੜਾ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਆਪਾਂ ਅਗਲਾ ਫੈਸਲਾ ਕੀ ਲੈਣਾ ਵਾ, ਕਿਹਦੇ ਖਿਲਾਫ ਲੈਣਾ ਵਾ। ਕਿਉਂ ਚਾਵਲਾ ਸਾਹਿਬ ਇੱਕ ਨਹੀਂ ਦੋ ਨਹੀਂ 4 ਸਰਕਾਰਾਂ ਨੇ, 4 ਸਰਕਾਰਾਂ, ਬਾਦਲ ਸਰਕਾਰ, ਕੇਂਦਰ ਸਰਕਾਰ, ਕੈਪਟਨ ਸਰਕਾਰ ਤੇ ਚੰਨੀ ਸਰਕਾਰ ਜੀ। 4 ਸਰਕਾਰਾਂ ਨੇ ਵੀ ਅਜੇ ਤੱਕ ਇਨਸਾਫ ਨਹੀਂ ਦਿੱਤਾ ਉਸ ਗੱਲ ਦਾ ਕਿ ਇਨਸਾਫ ਦਿੱਤਾ ਨਾ। ਭਗਵੰਤ ਮਾਨ ਵੀ ਆ ਜੇ, ਕੋਈ ਵੀ ਆ ਜੇ, ਮੈਂ ਪਹਿਲਾਂ ਬੋਲ ਚੁੱਕਾ, ਆਪਣਾ ਮੂੰਹ ਫਿਰ ਉਹੀ ਕਹਿ ਲੋ ਕਿ ਭੈੜਾ ਕਰ ਲਿਆ ਆ। ਜਿਹੜਾ ਮਰਜੀ ਆ ਜੇ, ਜਿੱਥੋਂ ਮਰਜੀ ਭੱਜ ਲੋ, ਕੁਛ ਨਹੀਂ ਮਿਲਣਾ। ਐਵੇਂ ਰੌਲਾ ਰੱਪੇ ਨੇ ਬਸ। ਮੈਂ ਪਹਿਲਾਂ ਕਿਹਾ ਸੀ ਨਾ ਵੀ ਖੱਡੇ ਬਾਟੇ ਦੀ ਨਵੀਂ ਪੌਲ ਛਕੀ ਹੁੰਦੀ ਆ, ਉਹ ਮੁੱਲਾ ਕਾਜੀ ਜਿਹਦਾ ਨਵਾਂ ਬਣਿਆ ਹੁੰਦਾ ਤੇ ਬਾਂਗ ਉੱਚੀ ਦਿੰਦਾ। ਸਾਡੀ ਕੌਮ ਦੀ ਤਰਾਸ਼ਦੀ ਇਹ ਆ, ਕੀਤਾ ਕਰਾਇਆ ਸਾਰਾ ਖੂਜ ਪਾ ਕੇ ਤੇ ਠੱਪਾ ਲਾ ਕੇ ਗਾਂ ਜਾਣਾ ਤੂੰ ਤੇ ਆਹਾਂ ਵਾ। ਜਿੱਥੇ ਮੈਂ ਖਲੋਤਾ ਉੱਥੇ ਖਲੋਵੋ, ਬਾਕੀ ਸਾਰੇ ਤੁਸੀਂ ਬੇਵਕੂਫ, ਜੋ ਮੈਂ ਕਰ ਲੱਗਾ ਉਹ ਚੰਗਾ। ਤੇ 4 ਬੰਦੇ ਬਣਾ ਕੇ ਤੇ ਆਪਣਾ ਹੀ ਪੂਰਾ ਦਪਾ ਕੇ ਗਾਂ ਜਾਂਦੇ ਆ। ਪੜ੍ਹ ਲਓ ਇਤਿਹਾਸ। ਮੈਂ ਕਹਿੰਦਾ ਕਿ ਇੰਨੀਆਂ ਧਾਰਮਿਕ ਜਥੇਬੰਦੀਆਂ ਨੇ, ਇੰਨੀਆਂ ਪੰਥਕ ਜਥੇਬੰਦੀਆਂ ਨੇ, ਕੋਈ ਇਸ ਕਿਤਾਬ ਦਾ ਪੰਜਾਬੀ 'ਚ ਉਲੱਥਾ ਕਰਵਾ ਕੇ ਛਪਵਾਵੇ
ਤੇ ਬਹੁਤ ਵਧੀਆ ਗੱਲ ਹੋਊਗੀ ਕਿਉਂਕਿ ਜਿਹੜੇ ਲੋਕ ਇੰਗਲਿਸ਼ ਭਾਸ਼ਾ ਨਹੀਂ ਪੜ੍ਹ ਸਕਦੇ ਉਹ ਇਹਨਾਂ ਦੀਆਂ ਕਰਤੂਤਾਂ ਪੜ੍ਹ ਸਕਣ, ਜੋ ਕੁਝ ਹੋਇਆ, ਜੋ ਕੁਝ ਇਹਨਾਂ ਨੇ ਲਿਖਿਆ। ਮੈਂ ਤੇ ਬਲਕਿ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਪਬਲਿਸ਼ ਨੂੰ ਕਹਿ ਕੇ ਉਹਦਾ ਪੰਜਾਬੀ ਦੇ ਵਿੱਚ ਨਾਲ ਹੀ ਲੱਥਾ ਕਰਾ ਕੇ ਛਾਪਣੀ ਚਾਹੀਦੀ ਸੀਗੀ, ਅਤੇ 1000-2000 ਕਾਪੀ ਉਹ ਵੀ ਛਪਣੀ ਚਾਹੀਦੀ ਸੀਗੀ, ਨਾਲ ਦੀ ਨਾਲ ਤਰਜਮਾ ਹੋ ਜਾਂਦਾ, ਚੰਗੀ ਗੱਲ ਸੀਗੀ, ਅਤੇ ਉਹ ਵੀ ਛਪਣੀ ਚਾਹੀਦੀ ਸੀ ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਅਜੇ ਲੋਕ ਪੰਜਾਬੀ ਭਾਸ਼ਾ ਨੂੰ ਪੜ੍ਹ ਕੇ ਅਤੇ ਉੱਤੇ ਗੱਲ ਕਰਕੇ ਅਤੇ ਇਨਫੋਰਮੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਨੇ। ਇਹੀ ਕਾਰਨ ਹੈ ਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਕਹਿੰਦਾ ਜਿੰਨਾ ਓਨਟਾਰੀਓ ਦੇ ਵਿੱਚ ਰੇਡੀਓ ਆ, ਜਿੰਨਾ ਅਸੀਂ ਓਨਟਾਰੀਓ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਕਰਦੇ ਹੋਏ ਰੇਡੀਓ ਕਰਦੇ ਆ, ਆਪਣੀ ਰੋਜੀ ਰੋਟੀ ਵੀ ਬਣਾਉਂਦੇ ਆ, ਅਤੇ ਉਨੀ ਦੁਨੀਆ ਦੇ ਵਿੱਚ ਕਿਸੇ ਭਾਸ਼ਾ ਦੇ ਵਿੱਚ ਪ੍ਰਚਾਰ ਨਹੀਂ ਹੋ ਰਿਹਾ ਜਿੰਨਾ ਓਨਟਾਰੀਓ 'ਚ ਹੋ ਰਿਹਾ। ਜੀ 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 ਮੋਟਾ ਨਹੀਂ ਤੇ ਅਸੀਂ 2 ਮਿਲੀਅਨ ਤੋਂ ਉੱਤੇ ਡਾਲਰ ਜਿਹੜਾ ਵਾ ਵੱਖ-ਵੱਖ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਨੇ ਰੇਡੀਓ ਟੈਲੀਵਿਜ਼ਨ ਦੇ, ਰੇਡੀਓ ਵਾਲੇ ਹੀ ਸਟੇਸ਼ਨਾਂ ਨੂੰ ਦੇ ਰਹੇ ਆ ਗੋਰਿਆਂ ਨੂੰ। 2 ਮਿਲੀਅਨ ਮਹੀਨੇ ਤਾਂ ਮੇਰੇ ਖਿਆਲ ਜ਼ਿਆਦਾ ਹੀ ਹੋਊਗਾ। ਕਿੱਥੇ ਲਾਓ ਤੁਸੀਂ, ਕਿੰਨਾ ਬਣਦਾ ਉਹ। ਜੀ 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 ਅਤੇ ਇਹ ਮਾਣ ਵਾਲੀ ਗੱਲ ਵੀ ਆ ਚਲੋ, ਪਰ ਇਹਦਾ ਲੱਥਾ ਪੰਜਾਬੀ 'ਚ ਵੀ ਕੋਸ਼ਿਸ਼ ਕਰੋ ਜੇ ਹੋ ਸਕੇ ਤੇ ਚੰਗੀ ਗੱਲ ਆ, ਤਾਂ ਕਿ ਬਾਕੀ ਲੋਕਾਂ ਨੂੰ ਵੀ ਇਨਫੋਰਮੇਸ਼ਨ ਮਿਲ ਸਕੇ। ਬਹੁਤ ਬਹੁਤ ਧੰਨਵਾਦ। ਸਵੇਰੇ ਫਿਰ ਮਿਲਦੇ ਹਾਂ ਆਪਾਂ, ਇੱਥੋਂ ਸ਼ੁਰੂ ਕਰਦੇ ਹਾਂ। ਦੋਸਤੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਸਾਨੂੰ ਦੋਨਾਂ ਨੂੰ। ਛੁੱਟੀ, ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।